ਸਮੂਹ ਦਰਸ਼ਕਾਂ ਦਾ ਅੱਜ ਦੇ ਪ੍ਰੋਗਰਾਮ ਆਵਾਜ਼ੇ ਪੰਜਾਬ 'ਚ ਚੈਨਲ ਪੰਜਾਬੀ ਤੇ ਗਲੋਬਲ ਪੰਜਾਬ ਨਿਊਜ਼ ਤੇ ਸਵਾਗਤ ਹੈ। ਦਰਅਸਲ ਐਸੇ ਮਹਾਨ ਮੌਕੇ ਜਦੋਂ ਅਸੀਂ ਆਪਣੇ ਆਪ ਨੂੰ ਵਿਚਾਰ ਚਿੰਤਨ ਦੇ ਆਧਾਰ ਤੇ ਇਤਿਹਾਸ ਤੋਂ ਪ੍ਰੇਰਨਾ ਲੈ ਕੇ ਚੰਗੇ ਭਵਿੱਖ ਨੂੰ ਸਿਰ ਸਕਦੇ ਹਾਂ, ਜਦੋਂ ਵੀ ਆਉਂਦੇ ਨੇ ਤਾਂ ਉਹਨਾਂ ਤੇ ਵਿਚਾਰ ਕਰਨੀ ਬਣਦੀ ਹੈ। ਐਸਾ ਹੀ ਮੌਕਾ ਇੱਕ ਇਤਿਹਾਸ ਦਾ ਪੰਨਾ ਕਿ ਪੰਜਾਬ ਦੀ ਧਰਤੀ ਤੇ ਖਾਲਸਾ ਰਾਜ ਦੀ ਸਥਾਪਨਾ। ਦਰਅਸਲ ਇਹ ਖਾਲਸਾ ਰਾਜ ਕਿਵੇਂ ਥਾਪਿਆ ਗਿਆ, ਇਸ ਦਾ ਇਤਿਹਾਸ ਇਹ ਹੈ ਕਿ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ, ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਥਾਪੜਾ ਦੇ ਕੇ ਭੇਜਿਆ ਜ਼ੁਲਮ ਦਾ ਨਾਸ਼ ਕਰਨ ਲਈ, ਤੇ ਉਹਨਾਂ ਨੇ ਸਰਹੰਦ ਫਤਿਹ ਕੀਤਾ। ਸਰਹੰਦ ਦੇ ਜ਼ਾਲਮ ਹਾਕਮ ਵਜ਼ੀਰ ਖਾਂ, ਜਿਸ ਨੇ ਅਤ ਅਤਿਆਚਾਰ ਕੀਤੇ ਸਨ, ਉਸ ਨੂੰ ਸੋਧਿਆ ਅਤੇ ਲੋਕਾਂ ਦੇ ਆਗੂ ਬਣੇ, ਅਤੇ ਜਿਸ ਦੇ ਬਾਰੇ ਬੜਾ ਲੋਕਾਂ ਦੇ ਮਨਾਂ ਦੇ ਵਿੱਚ ਇਸ ਸੁਭਾਅ ਦੇ ਵਿੱਚ ਹਿੱਸਾ ਬਣ ਗਿਆ ਸੀ ਕਿ ਬੰਦਾ ਸਿੰਘ ਬਹਾਦਰ ਵਾਹਦ ਐਸਾ ਜਰਨੈਲ ਹੋਇਆ ਜਿਹੜਾ ਸਿੱਖ ਰਾਜ ਦਾ ਸਿਰਜਕ ਗਿਣਿਆ ਜਾਂਦਾ, ਜਿਸ ਨੇ ਭੂਮੀਹੀਣਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ। ਹਲਵਾਹਕ ਲੋਕ ਪਹਿਲੀ ਵਾਰ ਕਿਤੇ ਇਤਿਹਾਸ ਦੇ ਵਿੱਚ ਆਪਣੀਆਂ ਜ਼ਮੀਨਾਂ ਦੇ ਮਾਲਕ ਬਣੇ, ਨਾ ਕਿ ਰਾਜੇ ਉਹਨਾਂ ਤੋਂ ਕਿਸੇ ਨਾ ਕਿਸੇ ਢੰਗ ਦੇ ਨਾਲ ਟੈਕਸ ਉਗਰਾ ਕੇ ਆਪਣੇ ਹਿੱਤ ਪੂਰੇ ਕਰਦੇ ਸਨ। ਲੋਕਾਂ ਦੇ ਵਾਸਤੇ ਉਹ ਵਿਚਰਿਆ। ਇਸੇ ਕਾਰਨ ਹੀ ਇਹ ਜਿਹੜਾ ਹੈ ਬੜਾ ਕਾਬਲੇ ਤਾਰੀਫ ਉਸ ਦੀ ਸ਼ਖਸੀਅਤ ਦਾ ਜਿਹੜਾ ਪੱਖ ਹੈ ਕਿ ਦੱਬੇ ਕੁਚਲੇ ਲੋਕਾਂ ਦਾ ਉਹ ਆਗੂ ਸੀ। ਭੁੱਖਿਆਂ ਅਤੇ ਲਤਾੜਿਆਂ ਸਿਰਾਂ ਤੇ ਸਜਿਆ ਤਾਜ, ਬੰਦਾ ਸਿੰਘ ਨੇ ਸਿਰਜਿਆ ਐਸਾ ਖਾਲਸਾ ਰਾਜ। ਬੰਦਾ ਸਿੰਘ ਨੇ ਸਿਰਜਿਆ ਐਸਾ ਖਾਲਸਾ ਰਾਜ। ਇਹ ਖਾਲਸਾ ਰਾਜ ਸਿਰਜਿਆ ਗਿਆ। ਉਹ ਸਰਹੰਦ ਫਤਿਹ ਦਿਵਸ, ਜਿਨ੍ਹਾਂ ਦੀ ਆਰੰਭਤਾ 12 ਮਈ ਤੇ ਸਮਾਪਤੀ 14 ਮਈ ਨੂੰ ਹੁੰਦੀ ਹੈ, ਇਹ ਦਿਨ 1712 ਦੀ ਉਸ ਯਾਦ ਨੂੰ ਸਮਰਪਿਤ ਨੇ ਜਦੋਂ ਇਹ ਸਿੱਖ ਰਾਜ ਦੀ ਜਿਹੜੀ ਖਾਲਸਾ ਰਾਜ ਦੀ ਸਥਾਪਨਾ ਹੋਈ ਸੀ। ਉਹਦਾ ਇਤਿਹਾਸ ਕੀ ਹੈ, ਉਹਦੀ ਮਹਾਨਤਾ ਕੀ ਹੈ, ਅੱਜ ਵਿਚਾਰਨਾ ਕਿਉਂ ਜ਼ਰੂਰੀ ਹੈ, ਤੇ ਅੱਜ ਉਸ ਇਤਿਹਾਸ ਨੂੰ ਵਿਗਾੜਿਆ ਕਿਵੇਂ ਜਾ ਰਿਹਾ। ਇੱਕ ਮਾਧੋ ਦਾਸ ਬੈਰਾਗੀ ਕਿਸ ਤਰੀਕੇ ਨਾਲ ਬੰਦਾ ਸਿੰਘ ਬਹਾਦਰ ਬਣਿਆ, ਤੇ ਫਿਰ ਉਸ ਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਭਗਵੇਂ ਰੰਗ 'ਚ ਰੰਗਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਾਂ ਇਹੋ ਜਿਹੇ ਲੋਕ ਜਿਹੜੇ ਉਹਨਾਂ ਬਾਰੇ ਗਲਤ ਸਾਖੀਆਂ ਪ੍ਰਚਲਿਤ ਕਰਕੇ ਉਹਨਾਂ ਦੀ ਸ਼ਖਸੀਅਤ ਨੂੰ ਵੱਟਾ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਇਹ ਉਹਨਾਂ ਪਹਿਲੂਆਂ 'ਤੇ ਵੀ ਕੇਂਦਰਿਤ ਹੈ ਅੱਜ ਦਾ ਪ੍ਰੋਗਰਾਮ। ਸੋ ਅੱਜ ਦੇ ਪ੍ਰੋਗਰਾਮ 'ਚ ਸਾਡੇ ਮਹਿਮਾਨ ਸਾਥੀ ਸੱਜਣ ਗੁਰਪ੍ਰੀਤ ਸਿੰਘ ਜੀ, ਜਿਹੜੇ ਕਿ ਉੱਘੇ ਪੱਤਰਕਾਰ ਨੇ, ਖੁਦ ਲਿਖਦੇ ਨੇ ਅਤੇ ਵਿਚਾਰ ਸਾਂਝੇ ਕਰਦੇ ਨੇ। ਜੀ ਆਇਆਂ ਨੂੰ ਗੁਰਪ੍ਰੀਤ ਸਿੰਘ ਜੀ, ਸਵਾਗਤ ਹੈ ਤੁਹਾਡਾ। ਬਹੁਤ ਸ਼ੁਕਰੀਆ ਗੁਰਵਿੰਦਰ ਸਿੰਘ ਜੀ ਮੰਚ ਮੁਹੱਈਆ ਕਰਨ ਲਈ। ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਬਾਦ ਇਸ ਵਧੀਆ ਦੋਹੇ ਲਈ ਜੀ। ਜਿਹੜੀਆਂ ਪਿਛਲੀ 17 ਸੀਗੀਆਂ ਬੰਦਾ ਸਿੰਘ ਬਹਾਦਰ ਬਾਰੇ ਬਹੁਤ ਢੁਕਵੀਆਂ ਸੀਗੀਆਂ। ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ ਗੁਰਪ੍ਰੀਤ ਸਿੰਘ ਜੀ। ਖਾਸ ਤੌਰ 'ਤੇ ਜਦੋਂ ਅਸੀਂ ਦੇਖਿਆ ਲੋਕ ਹਿੱਤਾਂ ਦਾ ਰਾਜ ਪੰਜਾਬ ਦੀ ਧਰਤੀ 'ਤੇ ਸਥਾਪਿਤ ਹੋਇਆ, ਇਤਿਹਾਸ ਦੇ ਬਹੁਤ ਸਾਰੇ ਪੰਨੇ ਲੋਕਾਂ ਨੂੰ ਦੱਸੇ ਨਹੀਂ ਜਾਂਦੇ ਜਾਂ ਕੇਵਲ ਤੇ ਕੇਵਲ ਗੁੰਮਰਾਹ ਕੀਤਾ ਜਾਂਦਾ ਹੈ। ਜਦੋਂ ਅਸੀਂ ਇਸ ਨੂੰ ਵਾਚਦੇ ਹਾਂ, ਵਿਚਾਰਦੇ ਹਾਂ, ਤਾਂ ਪਤਾ ਲੱਗਦਾ ਕਿ ਇਸ ਦੀ ਬੜੀ ਸਾਡੀ ਮਹਾਨ ਹੈਰੀਟੇਜ ਹੈ, ਉਹ ਵਿਰਸਾ। ਉਸ ਵਿਰਸੇ 'ਚੋਂ ਅਸੀਂ ਅੱਜ ਨੂੰ ਜਿਵੇਂ ਵੇਖਣਾ, ਉਸ ਦੇ ਬਾਰੇ ਇਹ ਗੱਲਬਾਤ ਹੈ। ਸੋ ਇੱਕ ਜਿਹੜਾ ਅਸੀਂ ਆਰੰਭ ਦੇ ਵਿੱਚ ਕੁਝ ਗੱਲਾਂ ਜਿਹੜੀਆਂ ਹੈ ਉਹਨਾਂ ਨੂੰ ਨਿਤਾਰਾ ਕਰੀਏ ਕਿ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ, ਜਿਨ੍ਹਾਂ ਨੇ ਸਰਹੰਦ ਫਤਿਹ ਕੀਤਾ, ਜਿੱਥੇ ਅੱਜ ਵੀ ਉਸ ਅਸਥਾਨ 'ਤੇ ਯਾਦਗਾਰ ਬਣੀ ਹੋਈ ਹੈ, ਦੁਨੀਆ ਜਾਂਦੀ ਹੈ। ਹਾਲਾਂਕਿ ਅਸੀਂ ਕੇਵਲ ਉੱਥੇ ਜਾਣਾ ਹੀ ਨਹੀਂ, ਉਸ ਦੇ ਇਤਿਹਾਸ ਤੋਂ ਵੀ ਸੇਧ ਲੈਣੀ ਆ। ਉਸ ਸਮੇਂ ਜੋ ਪੰਜਾਬ ਦੀ ਧਰਤੀ 'ਤੇ ਜ਼ੁਲਮ ਸਿਤਮ ਸੀ, ਜਿਸ ਨੂੰ ਖਤਮ ਕਰਨ ਲਈ ਉਸ ਨੇ ਲੋਕਾਂ ਨੂੰ ਅੱਗੇ ਲਿਆਂਦਾ। ਇਹ ਕਿਹਾ ਜਾਂਦਾ ਚਿੰਤਕਾਂ ਦੇ ਤੌਰ 'ਤੇ ਕਿ ਦੁਨੀਆ ਦੇ ਇਤਿਹਾਸ ਦੇ ਵਿੱਚ ਬੰਦਾ ਸਿੰਘ ਬਹਾਦਰ ਦੇ ਸਮੇਂ ਜੋ ਖਾਲਸਾ ਰਾਜ ਸਥਾਪਿਤ ਹੋਇਆ, ਉਹ ਇਹੋ ਜਿਹਾ ਰਾਜ ਸੀ ਜਿਸ ਨੂੰ ਕਈ ਸਦੀਆਂ ਬਾਅਦ ਪ੍ਰਲੋਤਰੀ ਵਰਗ ਦੀਆਂ ਗੱਲਾਂ ਜਦੋਂ ਚੱਲਦੀਆਂ ਨੇ, ਬੁਰਜ਼ਵਾ ਢਾਂਚੇ ਨੂੰ ਨਾਸ਼ ਕਰਨ ਦੀਆਂ ਗੱਲਾਂ ਚੱਲਦੀਆਂ ਨੇ, ਉਹ ਕਿਤੇ ਪਹਿਲਾਂ ਇੱਕ ਰਾਜ ਪੰਜਾਬ ਦੀ ਧਰਤੀ 'ਤੇ ਕਾਇਮ ਹੋ ਚੁੱਕਿਆ ਸੀ, ਜਿਸ ਦੀ ਮੁਕੰਮਲ ਗੱਲ ਨਹੀਂ ਹੋਈ। ਗੁਰਦਰ ਸਿੰਘ, ਇਸ 'ਚ ਕੋਈ ਸ਼ੱਕ ਨਹੀਂ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਸ ਕਿਸਮ ਦਾ ਰਾਜ ਕਾਇਮ ਕੀਤਾ ਸੀਗਾ, ਉਸ ਦੇ ਇਤਿਹਾਸ ਨਾਲ ਬਹੁਤ ਵੱਡੇ ਪੱਧਰ 'ਤੇ ਬੇਇਨਸਾਫੀ ਹੋਈ ਹੈ ਜੀ। ਉਸ ਦੀ ਸਹੀ ਤਰੀਕੇ ਨਾਲ ਵਿਆਖਿਆ ਨਹੀਂ ਹੋਈ, ਸਹੀ ਤਰੀਕੇ ਨਾਲ ਪੇਸ਼ਕਾਰੀ ਨਹੀਂ ਹੋਈ। ਕਈ ਕੱਚ ਘਰੜ ਕਿਸਮ ਦੇ ਲਿਖਾਰੀਆਂ ਨੇ ਬਹੁਤ ਕੁਝ ਲਿਖਿਆ ਜੀ। ਮਾਧੋ ਦਾਸ ਹੀ ਪ੍ਰਚਾਰੀ ਗਏ ਨੇ, ਬੰਦਾ ਬੈਰਾਗੀ ਪ੍ਰਚਾਰੀ ਗਏ ਨੇ, ਕਈਆਂ ਨੇ ਸਿੰਘ ਨਾਮ ਵਿੱਚੋਂ ਕੱਢ ਦਿੱਤਾ, ਕਈ ਤਰ੍ਹਾਂ ਦੀਆਂ ਮਤਲਬ ਊਣਤਾਈਆਂ ਨੇ। ਉਸ ਤੋਂ ਇਲਾਵਾ ਉਹਨਾਂ ਬਾਰੇ ਇਸ ਕਿਸਮ ਦਾ ਪ੍ਰਚਾਰ ਕਿ ਉਹ ਹੰਕਾਰੀ ਹੋ ਗਿਆ ਸੀ, ਉਹਨੇ ਵਿਆਹ ਕਰ ਲਿਆ ਸੀ, ਬੜੀਆਂ ਪੁੱਠੀਆਂ ਸਿੱਧੀਆਂ ਗੱਲਾਂ ਜੀ। ਜਿਹੜੇ ਅਸਲ ਮੁੱਦੇ ਸੀਗੇ ਉਹਨਾਂ ਤੋਂ ਭਟਕਾਇਆ ਗਿਆ ਸਾਰੀ ਗੱਲ। ਬੰਦਾ ਸਿੰਘ ਬਹਾਦਰ ਦੀ ਜਿਹੜੀ ਕੁਰਬਾਨੀ ਲਾਸਾਨੀ ਕੁਰਬਾਨੀ ਹੈ। ਬੰਦਾ ਸਿੰਘ ਬਹਾਦਰ ਨੇ ਜੋ ਪੰਜਾਬ 'ਚ ਕੀਤਾ, ਉਹ ਇੱਕ ਇਨਕਲਾਬ ਤੋਂ ਘੱਟ ਨਹੀਂ ਸੀ। ਉਹ ਇੱਕ ਬਹੁਤ ਵਧੀਆ ਲਹੂ ਡੁਲਵਾ ਇਨਕਲਾਬ ਸੀ, ਜਿਸ ਨੇ ਲੋਕਾਂ ਦੀ ਜ਼ਿੰਦਗੀ ਵਿੱਚ ਇੱਕ ਨਵੀਂ, ਜਿਹਨੂੰ ਕਹਿ ਸਕਦੇ ਹਾਂ ਕਿ ਨਵੀਂ ਕ੍ਰਾਂਤੀ ਲੈ ਕੇ ਆਇਆ। ਉਹ ਕਿ ਜਿਹੜੇ ਬੇਜ਼ਮੀਨ ਲੋਕ ਸੀਗੇ, ਹਾਂਜੀ, ਜਿਨ੍ਹਾਂ ਕੋਲ ਜ਼ਮੀਨਾਂ ਨਹੀਂ ਸੀਗੀਆਂ,
ਕਿਉਂਕਿ ਜ਼ਮੀਨਾਂ ਹਲ ਵਾਹਕ ਨੂੰ ਇਹ ਨਾਰਾ ਤੇ ਮਗਰੋਂ ਆਇਆ ਜੀ, ਪਰ ਬੰਦਾ ਸਿੰਘ ਬਹਾਦਰ ਨੇ ਐਕਚੁਅਲੀ ਇਸ ਨੂੰ ਕਰਕੇ ਵਿਖਾਇਆ। ਸੋ ਉਸਨੇ ਦੱਬੇ ਕੁਛਦਿਆਂ ਨੂੰ ਉੱਪਰ ਚੱਕਿਆ, ਜ਼ਮੀਨਾਂ ਉਹਨਾਂ 'ਚ ਵੰਡੀਆਂ। ਪਰ ਮੈਂ ਸਮਝਦਾ ਕਿ ਇਸ ਦੇ ਲਈ ਸਾਨੂੰ ਥੋੜਾ ਜਿਹਾ ਪਿੱਛੇ ਜਾਣ ਦੀ ਲੋੜ ਆ ਜੀ। ਇਸ ਦਾ ਬੂਟਾ ਜਿਹੜਾ ਗੁਰੂ ਨਾਨਕ ਦੇਵ ਜੀ ਦੇ ਵੇਲੇ ਤੋਂ ਲੱਗ ਚੁੱਕਾ ਸੀਗਾ ਜੀ, ਇਹ ਸਾਨੂੰ ਮੰਨਣਾ ਪੈਣਾ ਜੀ, ਕਿਉਂਕਿ ਜਿਹੜਾ ਮਾਡਲ ਹੈ, ਜਿਹੜਾ ਇੱਕ ਆਦਰਸ਼ਕ ਮਾਡਲ ਬੰਦਾ ਸਿੰਘ ਬਹਾਦਰ ਨੇ ਪੇਸ਼ ਕੀਤਾ ਜੀ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਪਹਿਲਾਂ, ਜੀ, ਸੋ ਉਹਦੀ ਮਿਸਾਲਾਂ ਜਿਹੜੀਆਂ ਸਾਡੇ ਕੋਲ ਅੱਜ ਵੀ ਸਾਡੇ ਲਈ ਬਹੁਤ ਕੁਝ ਸਾਨੂੰ ਸਿਖਾਉਂਦੀਆਂ ਨੇ। ਪਰ ਉਸ ਦੇ ਲਈ ਸਪਿਰਿਟ ਕਿੱਥੋਂ ਆਈ? ਸਪਿਰਿਟ ਆਈ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਤੋਂ, ਜਿਹੜੀਆਂ ਚਲਦੀ ਫਿਲਾਸਫੀ ਜਿਹੜੀ ਹੈ, ਜਿਹੜੀ ਸਪਿਰਿਟ ਹੈ ਗੁਰੂ ਗੋਬਿੰਦ ਸਿੰਘ ਜੀ ਤੱਕ ਪਹੁੰਚਦੀ ਹੈ। ਸੋ ਉਹਦੇ ਵਿੱਚੋਂ ਹੀ ਸਾਰਾ ਕੁਝ ਹੈ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਇਹਨੂੰ ਗਰੀਬ ਸਿੱਖਣ ਨੂੰ ਕੋ ਦੇਹੂ ਪਾਤਸ਼ਾਹੀ ਯਾਦ ਕਰੇ ਹਮਰੀ ਗੁਰੂ, ਬਿਲਕੁਲ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਤੌਰ ਤੇ ਜਿਹੜੇ ਗਰੀਬ ਗੁਰਬੇ ਲੋਕ ਸੀਗੇ, ਦੱਬੇ ਕੁਝ ਦੇ ਵਰਗ ਨੂੰ ਗੱਲ ਆਇਆ, ਲੰਗਰ ਦੀ ਪ੍ਰਥਾ ਸ਼ੁਰੂ ਕੀਤੀ, ਜ਼ਾਤ ਪਾਤ ਦੀ ਕੋਡ ਨੂੰ ਖੂਜ ਕੇ ਸੁੱਟਿਆ। ਸੋ ਉਸ ਦੀ ਇਹ ਲਗਾਤਾਰਤਾ ਦਾ ਹਿੱਸਾ ਹੀ ਹੈ। ਉਹਨਾਂ ਨੂੰ ਕਿਹਾ ਕਿ ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ ਵੱਡਿਆਂ ਸੌਖਿਆ ਰੀਸ। ਸੋ ਗੁਰੂ ਨਾਨਕ ਸਾਹਿਬ ਵੀ ਜਦੋਂ ਸੁਨੇਹਾ ਦਿੰਦੇ ਸੀਗੇ ਜਿਹੜੇ ਲੋਭੀ ਕਿਸਮ ਦੇ ਲੋਕਾਂ ਨੂੰ, ਲਾਲਚੀ ਕਿਸਮ ਦੇ ਲੋਕਾਂ ਨੂੰ, ਕਿ ਤੁਸੀਂ ਦੌਲਤ ਦਾ ਮੋਹ ਛੱਡੋ ਜਾਂ ਜਿਹੜੀ ਦੌਲਤ ਹੈ ਇਸ ਨੂੰ ਵੰਡੋ ਆਪਸ 'ਚ, ਇਹ ਦਰਅਸਲ ਸਿਧਾਂਤ ਉਹੀ ਸੀਗਾ। ਇੱਕ ਤਰੀਕੇ ਨਾਲ ਪੂੰਜੀਵਾਦ ਦੇ ਉੱਤੇ ਸੱਟ ਸੀ ਇਹ, ਚਾਹੇ ਉਸ ਨੂੰ ਮੰਨੇ ਚਾਹੇ ਨਾ ਮੰਨੇ। ਜਦੋਂ ਪੂੰਜੀਵਾਦ ਦਾ ਮਤਲਬ ਇਹ ਹੁੰਦਾ ਕਿ ਤੁਸੀਂ ਦੌਲਤ ਇਕੱਠੀ ਕਰਨ 'ਚ ਲੱਗੇ ਹੋਏ ਹੋ, ਹਾਂਜੀ, ਤੁਹਾਨੂੰ ਭੁੱਖ ਹੁੰਦੀ ਕਿ ਸਭ ਕੁਝ ਮਤਲਬ ਮੇਰੇ ਕੋਲ ਹੋਵੇ, ਮੈਂ ਮਤਲਬ ਹਰ ਚੀਜ਼ ਦਾ ਸਵਾਮੀ ਹੋਵਾਂ। ਸੋ ਇਸ ਕਿਸਮ ਦੀ ਜਿਹੜੀ ਦਿਲਚਸਪੀ ਹੈ ਮਨੁੱਖ ਦੇ ਵਿੱਚ, ਉਸ ਨੂੰ ਦੂਰ ਕਰਨ ਦਾ ਮਕਸਦ ਹੀ ਇਹ ਸੀਗਾ ਉਸ ਸਮੇਂ ਦੇ ਮੁਤਾਬਕ ਜੋ ਜਿਸ ਕਿਸਮ ਦੇ ਲਫ਼ਜ਼ ਇਸਤੇਮਾਲ ਹੁੰਦੇ ਸੀਗੇ ਜਾਂ ਜਿਸ ਕਿਸਮ ਦੀ ਜ਼ਬਾਨ ਲੋਕਾਂ ਨੂੰ ਸਮਝ ਆਉਂਦੀ ਸੀ, ਅਧਿਆਤਮਵਾਦ ਭਾਰੂ ਸੀਗਾ, ਇੱਕ ਤਰੀਕੇ ਨਾਲ ਪੂੰਜੀਵਾਦ ਤੇ ਉਸ ਕਿਸਮ ਦੇ ਲਾਲਚ ਤੇ ਸੱਟ ਸੀ ਗੁਰੂ ਸਾਹਿਬ। ਕਿੱਡੀ ਸੋਹਣੀ ਇੱਕ ਜਿਹੜੀ ਸੰਕੁਚਿਤ ਤੇ ਬੜੀ ਸੰਖੇਪਮੀ ਸ਼ਬਦਾਵਲੀ ਦੇ ਵਿੱਚ ਜਿਹੜੀ ਗੁਰੂ ਸਾਹਿਬ ਨੇ ਸਾਨੂੰ ਸਿਧਾਂਤ ਇਸ ਤਰ੍ਹਾਂ ਪੇਸ਼ ਕੀਤਾ, ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ। ਤੇ ਕਿਰਤ ਵੀ ਜਿਹੜੀ ਹੈ ਕੱਲੀ ਇਹ ਨਹੀਂ, ਹਰ ਤਰ੍ਹਾਂ ਦੀ ਕਿਰਤ ਜਿਹੜੀ ਸੁੱਚਤਾ ਦੀ ਆ, ਕਿਸ ਤਰ੍ਹਾਂ ਦੀ ਹੈ। ਤੇ ਫਿਰ ਉਹਨੂੰ ਵੰਡ ਛਕਣਾ ਕੇਵਲ ਲੰਗਰ ਵੰਡ ਕੇ ਛਕਣਾ ਨਹੀਂ, ਇਹ ਤਾਂ ਛਕਣਾ ਹੀ ਹੈ। ਹਰ ਚੀਜ਼, ਦੌਲਤ ਜਾਂ ਆਪਣੀ ਪ੍ਰਾਪਤੀ ਜਾਂ ਜੋ ਵੀ ਹਾਸਲ ਕੀਤਾ ਉਹ ਲੋਕਾਂ 'ਚ ਵੰਡਣਾ, ਤੇ ਉਸ ਨੂੰ ਨਾਮ ਦੇ ਨਾਲ ਜੋੜਿਆ। ਸੋ ਜਿਸ ਤਰੀਕੇ ਨਾਲ ਇਹ ਮਾਡਲ ਸੀ, ਯਕੀਨਨ ਤੌਰ ਤੇ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਜਿਹੜੀ ਹੈ ਇਤਿਹਾਸ ਨੂੰ ਨਵਾਂ ਮੋੜ ਦੇਣ ਵਾਲੀ ਇੱਕ ਯੁੱਗ ਪੁਰਸ਼ ਦੀ ਗੱਲ ਸੀ। ਬਿਲਕੁਲ। ਸੋ ਗੁਰੂ ਨਾਨਕ ਦੇਵ ਜੀ ਦੇ ਵੇਲੇ ਤੋਂ ਹੀ ਸਪਿਰਿਟ ਚੱਲਦੀ ਆ ਰਹੀ ਹੈ ਜੀ, ਇਹ ਸਾਨੂੰ ਮੰਨਣਾ ਪੈਣਾ ਹੈ। ਉਹਨਾਂ ਨੇ ਆਪ ਵੀ ਹਲ ਵਾਇਆ, ਹੱਥੀਂ ਕਿਰਤ ਵੀ ਕੀਤੀ, ਫਿਰ ਲੋਕਾਂ ਨੂੰ ਵੰਡ ਕੇ ਛਕਣ ਦਾ ਸੰਕਲਪ ਦਿੱਤਾ ਜੀ। ਇਹ ਗੱਲ ਅੱਗੇ ਤੁਰਦੀ ਰਹੀ। ਸੋ ਅਗਾਂਹ ਵੀ ਜਦੋਂ ਅਸੀਂ ਵੇਖਦੇ ਹਾਂ, ਜਿਵੇਂ ਗੁਰੂ ਅਮਰਦਾਸ ਜੀ ਆਏ ਜਾਂ ਗੁਰੂ ਰਾਮਦਾਸ ਜੀ ਆਏ, ਗੁਰੂ ਅਮਰਦਾਸ ਜੀ ਦੇ ਇਤਿਹਾਸ ਦੇ ਵਿੱਚ ਤਾਂ ਔਰਤਾਂ ਦੇ ਹੱਕ 'ਚ ਜਿਵੇਂ ਉਹ ਭੁਗਤੇ। ਐਕਚੁਅਲੀ ਜਦੋਂ ਅਸੀਂ ਦੇਖਦੇ ਹਾਂ ਕਿ ਇਹ ਇਤਿਹਾਸ ਦੀ ਨਿਰੰਤਰਤਾ ਨੂੰ ਜਦੋਂ ਗੱਲ ਕਰਦੇ ਹਾਂ, ਤੇ ਗੁਰੂ ਅਮਰਦਾਸ ਜੀ ਦੇ ਸਮੇਂ ਇਹ ਗੱਲ ਯਕੀਨਨ ਤੌਰ ਤੇ ਅਕਬਰ ਦੇ ਨਾਲ ਜਿਹੜੀਆਂ ਕਹਾਣੀਆਂ ਜੁੜਦੀਆਂ ਵੀ ਨੇ, ਲੋਕਾਂ ਦੇ ਉੱਪਰ ਜਿਹੜੇ ਕਰ ਉਗਰਾਹੀ ਕੀਤੀ ਜਾਂਦੀ ਸੀ, ਉਸ ਟੈਕਸ ਸਿਸਟਮ ਨੂੰ ਗੁਰੂ ਸਾਹਿਬ ਨੇ ਕਿਵੇਂ ਚੈਲੰਜ ਕੀਤਾ ਤੇ ਇਹ ਕਿਹਾ ਕਿ ਇਹ ਭਾਈ, ਇਹ ਚਾਹੇ ਲੰਗਰ ਵੀ ਹੈ, ਇੱਥੇ ਕੋਈ ਟੈਕਸ ਵਾਲੀ ਗੱਲ ਨਹੀਂ, ਜਾਂ ਇਹ ਲੋਕ ਆ ਜਿਹੜੇ ਰਹਿੰਦੇ ਆ ਇਹਨਾਂ ਨਾਲ ਧੱਕਾ ਨਾ ਕਰ ਤੂੰ, ਇਹਨਾਂ ਲੋਕਾਂ ਨੂੰ ਬਣਦੇ ਹੱਕ ਮਿਲਣੇ ਚਾਹੀਦੇ ਆ। ਇਹ ਉਸ ਵੇਲੇ ਦੇ ਰਾਜਨੀਤਿਕ ਢਾਂਚੇ ਨੂੰ ਸਹੀ ਦਿਸ਼ਾ ਦੇਣ ਦਾ ਬੜਾ ਵੱਡਾ ਇਨਕਲਾਬ ਸੀ। ਬਿਲਕੁਲ। ਨਾਲੇ ਮੈਂ ਇੱਕ ਗੱਲ ਹੋਰ ਕਹਿਣੀ ਚਾਹੂੰਗਾ ਇੱਥੇ ਕਿ ਕਿਉਂਕਿ ਨਾ ਇਹ ਜਿਹੜਾ ਇੱਕ ਹੋਰ ਵੀ ਇਤਿਹਾਸ ਦਾ ਪੱਖ ਰਿਹਾ, ਜਿਸ 'ਤੇ ਗੱਲਬਾਤ ਘੱਟ ਹੁੰਦੀ, ਪਰ ਮੈਂ ਥੋੜੀ ਜਿਹੀ ਖੁੱਲ੍ਹ ਲੈ ਕੇ ਕਰਨੀ ਚਾਹੂੰਗਾ। ਗੁਰਿਆਈ ਜਿਹੜੀ ਸੀ ਮੁੱਖ ਤੌਰ ਤੇ ਖੱਤਰੀਆਂ ਕੋਲ ਸੀਗੀ ਉਸ ਵੇਲੇ, ਪਰ ਉਹਨਾਂ ਨੇ ਪੈਰ ਤੇ ਦੂਜੀਆਂ ਕਮਿਊਨਿਟੀਜ਼ ਨੂੰ, ਜਾਤਾਂ ਨੂੰ ਨਾਲ ਜੋੜਨ ਦੇ ਉਪਰਾਲੇ ਕੀਤੇ ਆ, ਔਰ ਉਹਨਾਂ ਦੀ ਜਿਹੜੀ ਵੱਡੀ ਫੋਲੋਇੰਗ ਸੀਗੀ ਉਹ ਜੱਟਾਂ ਵਿੱਚ ਸੀਗੀ। ਬਿਲਕੁਲ। ਜਿਹੜੇ ਕਿਰਸਾਨੀ ਕਰਨ ਵਾਲੇ ਲੋਕ ਸੀਗੇ, ਹਲਵਾਹੀ ਕਰਦੇ ਸੀ, ਹੱਥੀਂ ਕਿਰਤ ਕਰਨ ਵਾਲੇ ਲੋਕ, ਉਹਨਾਂ ਨੂੰ ਨਾਲ ਲਾਇਆ ਉਹਨਾਂ ਨੇ, ਮਿਹਨਤਕਸ਼ਾਂ ਨੂੰ। ਉਹਨਾਂ ਵਿੱਚ ਜਿਹੜੀ ਉਹ ਮਾਰਸ਼ਲ ਸਪਿਰਿਟ ਸੀਗੀ ਉਸ ਨੂੰ ਬੂਝ ਲਿਆ ਗੁਰੂਆਂ ਨੇ, ਤਾਂ ਹੀ ਕਰਕੇ ਅਸੀਂ ਵੇਖਿਆ ਅਖਾੜੇ ਵੀ ਲਾਏ ਉਹਨਾਂ ਨੇ। ਬੜਾ ਕੁਝ ਚੱਲਦਾ ਸਾਹਿਬ ਵੇਲੇ ਜਦੋਂ ਈਵਨ ਸ਼ੇਰਸ਼ਾਹ ਸੂਰੀ ਦਾ ਜਾਂ ਹਿਮਾਯੂ ਦੀ ਘਟਨਾ ਜਾਂ ਕਈ ਤਰ੍ਹਾਂ ਦੀਆਂ ਇਤਿਹਾਸਕ ਘਟਨਾਵਾਂ ਮਿਲਦੀਆਂ, ਅਖਾੜੇ ਦੇ ਵਿੱਚ ਭਲਵਾਨ ਘੁਲ ਰਹੇ ਨੇ, ਗੁਰੂ ਸਾਹਿਬ ਉਹਨਾਂ ਨੂੰ ਨਾਲ ਲੈ ਰਹੇ। ਸੋ ਨਿਰੰਤਰਤਾ ਇੱਕ ਨਜ਼ਰ ਆ ਰਹੀ ਹੈ, ਕਿਸੇ ਨਾ ਕਿਸੇ ਲੈਵਲ ਤੇ ਜਾ ਕੇ ਲੀਡਰਸ਼ਿਪ ਦੇ ਵਿੱਚ ਇੱਕ ਟਰਾਂਸਫਰਮੇਸ਼ਨ ਆਉਣੀ ਸੀ। ਜੀ। ਸੋ ਜਾ ਕੇ ਕਿਸੇ ਹੱਦ ਤੱਕ ਇੱਕ ਨਵੇਂ ਮੋੜ ਤੇ ਆਉਂਦੀ ਹੈ ਜਦੋਂ ਬੰਦਾ ਸਿੰਘ ਬਹਾਦਰ ਸੀਨ ਤੇ ਆਉਂਦੇ ਆ। ਜੀ। ਉਸ ਤੋਂ ਬਾਅਦ ਆਉਂਦੇ ਆਪਾਂ ਵੇਖਦੇ ਹਾਂ ਕਿਵੇਂ ਜਦੋਂ ਉਹਨਾਂ ਨੇ ਜ਼ਮੀਨਾਂ ਵੰਡੀਆਂ, ਜਿਹੜੇ ਬੇਜ਼ਮੀਨ ਨੇ ਕਿਸਾਨ ਬਣਾਏ ਗਏ, ਜ਼ਮੀਨ ਦੇ ਮਾਲਕ ਬਣਾਏ ਗਏ, ਹਲ ਵਾਹਕ ਜਿਹੜੇ ਕਿਸਾਨ, ਜਿਹੜੇ ਜ਼ਮੀਨਾਂ ਦੇ ਮਾਲਕ ਬਣੇ। ਇਹਦੋਂ ਤੱਕ ਕਿ ਦੱਬੀਆਂ ਕੁਝ ਦੀਆਂ ਕੌਮਾਂ ਜਿਨ੍ਹਾਂ ਨੂੰ ਹਥਿਆਰ ਚੁੱਕਣ ਦੀ ਆਗਿਆ ਨਹੀਂ ਸੀ, ਜਿਨ੍ਹਾਂ ਨੂੰ ਮਤਲਬ ਹਾਸ਼ੀਆਗ੍ਰਸਤ ਰੱਖਿਆ ਗਿਆ ਬ੍ਰਾਹਮਣਵਾਦ ਵੱਲੋਂ, ਉਹਨਾਂ ਨੂੰ ਮਤਲਬ ਨਾਲ ਲਾਉਣਾ, ਜੋੜਨਾ, ਉਸ ਵਿੱਚੋਂ ਹੀ ਅਗਾਂਹ ਫਿਊਚਰ 'ਚ ਨਵੀਂ ਲੀਡਰਸ਼ਿਪ ਪੈਦਾ ਹੋਣੀ ਸੀ। ਬਿਲਕੁਲ ਜੀ। ਸੋ ਇਸ ਤਰੀਕੇ ਨਾਲ ਇੱਕ ਟਰਾਂਸਫਰਮੇਸ਼ਨ ਹੈ ਜਿਹਨੂੰ ਅਸੀਂ ਵੇਖਦੇ ਹਾਂ ਜੀ। ਇੱਕ ਗੱਲ ਇਹਦੇ 'ਚ ਇੱਕ ਜਿਹੜੀ ਨਿਰੰਤਰਤਾ ਦੀ ਕਦਮ ਦਰ ਕਦਮ, ਜਿਵੇਂ ਤੁਸੀਂ ਕਿਹਾ ਕਿ ਇਹ ਮਾਡਲ ਜਿਹੜਾ ਗੁਰੂ ਨਾਨਕ ਸਾਹਿਬ ਨੇ ਜਿਸ ਤਰ੍ਹਾਂ ਦਾ ਸਿਰਜਿਆ, ਉਸ ਮਾਡਲ ਦੇ ਵਿੱਚ ਕਿਉਂਕਿ 10 ਗੁਰੂ ਇੱਕ ਸੰਕਲਪ ਹੈ। ਦਰਅਸਲ ਗੁਰੂ ਨਾਨਕ ਸਾਹਿਬ ਜਦੋਂ
ਬਾਣੀ ਉਚਾਰਨ ਕਰਦੇ ਨੇ, ਗੁਰੂ ਅੰਗਦ ਸਾਹਿਬ ਵੀ ਨਾਨਕ ਹੀ ਸ਼ਬਦ ਵਰਤਦੇ ਨੇ, ਗੁਰੂ ਅਮਰਦਾਸ ਵੀ ਨਾਨਕ ਸ਼ਬਦ ਹੀ, ਗੁਰੂ ਅਮਰਦਾਸ, ਗੁਰੂ ਰਾਮਦਾਸ, ਹਰ ਕੋਈ 10ਵੇਂ ਨਾਨਕ ਹੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ ਜਾਂਦਾ। ਭਾਵ ਇੱਕ ਸੰਕਲਪ ਹੈ। ਇਹਨਾਂ ਨੂੰ ਅੱਡ ਕਰਕੇ ਜਿਹੜੇ ਕਈ ਕਿਸਮ ਦੇ ਸੀਮਤ ਸੋਚ ਵਾਲੇ ਜਾਂ ਸ਼ਰਾਰਤੀ ਸੋਚ ਵਾਲੇ ਇਹ ਦੇਖਦੇ ਨੇ, ਵੱਖ ਕਰਕੇ ਦੇਖਦੇ ਨੇ, ਉਹ ਆਪਣੇ ਆਪ ਦੇ ਵਿੱਚ ਸਿਧਾਂਤ ਨੂੰ ਸੱਟ ਮਾਰ ਰਹੇ ਨੇ। ਦੇਖੋ ਜਿਹੜਾ ਉਹ ਨਾਨਕ ਦਾ ਸੰਕਲਪ ਰੱਖਿਆ ਉਹਨਾਂ ਨੇ ਨਾ ਜੀ, ਹਰ ਇੱਕ ਬਾਣੀ ਦੇ ਵਿੱਚ ਨਾਨਕ ਦਾ ਲਫ਼ਜ਼ ਇਸਤੇਮਾਲ ਕਰਨਾ, ਉਹ ਮਤਲਬ ਇਹ ਸੀਗਾ ਕਿ ਜਿਹੜਾ ਸਪਿਰਿਟ ਜਿਹੜੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਦਿੱਤੀ ਆ ਉਸ ਨੂੰ ਅਗਾਂਹ ਕਿਵੇਂ ਤੋਰਨਾ। ਬਿਲਕੁਲ। ਸੋ ਜੋ ਬੰਦਾ ਸਿੰਘ ਬਹਾਦਰ ਦੀ ਜਿਹੜੀ ਦੇਣ ਸੀ ਪੰਜਾਬ ਨੂੰ, ਉਹ ਬੇਸਿਕਲੀ ਸਿੱਖੀ ਤੋਂ ਹੀ ਸਿੱਧਤ ਸੀ ਜੀ। ਸੋ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਜਿਹੜਾ ਸੰਕਲਪ ਚੱਲਦਾ ਆਇਆ ਬਰਾਬਰਤਾ ਦਾ ਔਰ ਦੂਰੀਆਂ ਮਿਟਾਉਣ ਦਾ ਜੀ, ਸਮਾਜਿਕ ਜਿਹੜਾ ਨਿਆਂ ਦਿਵਾਉਣ ਦਾ, ਉਹਦਾ ਸਿਧਾਂਤ ਹੀ ਸੀਗਾ ਜਿਸ ਨੂੰ ਅੱਗੇ ਬੰਦਾ ਸਿੰਘ ਬਹਾਦਰ ਨੇ ਇੰਪਲੀਮੈਂਟ ਕੀਤਾ ਸਿੱਖ ਰਾਜ ਦੇ ਰੂਪ ਵਿੱਚ। ਸੋ ਇੱਕ ਜਿਹੜਾ ਵੱਡਾ ਕੰਮ ਇਹ ਸੀਗਾ ਕਿ ਜਿਹੜੇ ਲੋਕ ਜਿਹਨਾਂ ਕੋਲ ਜ਼ਮੀਨਾਂ ਨਹੀਂ ਸੀਗੀਆਂ ਉਹਨਾਂ ਨੂੰ ਜ਼ਮੀਨਾਂ ਦਿਵਾਉਣੀਆਂ ਜੀ। ਪਰ ਜਿਹੜੀ ਗੱਲ ਹੋਰ ਵੀ ਬੜੀ ਖੂਬਸੂਰਤ ਬੰਦਾ ਸਿੰਘ ਬਹਾਦਰ ਨੇ ਬੇਸ਼ੱਕ ਜਾ ਕੇ ਸੋਧਾ ਲਾਇਆ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਜਾਂ ਜਿਨ੍ਹਾਂ ਨੇ ਜ਼ੁਲਮ ਕੀਤਾ, ਪਰ ਜਿਹੜੇ ਨਾਕਸ਼ਬੰਦੀ ਜਿਨ੍ਹਾਂ ਲੋਕਾਂ ਨੇ ਫੁਰਮਾਨ ਜਾਰੀ ਕੀਤਾ ਉਹਨਾਂ ਦੀ ਮਸੀਤ ਨੂੰ ਨਹੀਂ ਟੱਚ ਕੀਤਾ ਬੰਦਾ ਸਿੰਘ ਬਹਾਦਰ ਨੇ। ਉਹ ਮਸੀਤ ਉਦਾਂ ਹੀ ਖਲੋਤੀ ਹੈ। ਮਤਲਬ ਤੁਸੀਂ ਸਹਿਣਸ਼ੀਲਤਾ ਦੀ ਇੱਕ ਮਿਸਾਲ ਦੇਖੋ। ਕਿਸੇ ਉਹਨਾਂ ਨੇ ਜਾ ਕੇ ਇਸਲਾਮ ਤੇ ਸੱਟ ਨਹੀਂ ਮਾਰੀ ਜੀ, ਮੁਸਲਮਾਨਾਂ ਦੇ ਜ਼ੁਲਮ ਨਹੀਂ ਕੀਤੇ ਜੀ, ਸਿੱਧਾ ਉਹਨਾਂ ਤਾਕਤਾਂ ਨੂੰ ਹੱਥ ਪਾਇਆ ਜਿਨ੍ਹਾਂ ਤਾਕਤਾਂ ਨੇ ਜ਼ੁਲਮ ਕੀਤਾ ਸੀ। ਸੋ ਇਹ ਖੂਬੀ ਵੀ ਸੀਗੀ ਜਿਹੜੀ ਵਿਚਾਰਨ ਵਾਲੀ। ਅੱਜ ਅਸੀਂ ਵੇਖ ਰਹੇ ਹਾਂ ਕਿ ਬੰਦਾ ਸਿੰਘ ਬਹਾਦਰ ਨੂੰ ਜਿਹੜੇ ਆਪਣੇ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਜੀ, ਜਾਂ ਉਹਨਾਂ ਸਰੂਪ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਨੇ, ਦਰਅਸਲ ਉਹ ਤਾਂ ਬਿਲਕੁਲ ਉਲਟ ਜਾ ਕੇ ਘੱਟ ਗਿਣਤੀ ਦੇ ਹੱਕਾਂ ਨੂੰ ਖੋਹ ਰਹੇ ਨੇ। ਜਦੋਂ ਕਿ ਬੰਦਾ ਸਿੰਘ ਬਹਾਦਰ ਨੇ ਆਪਣੇ ਦੌਰ ਦੇ ਵਿੱਚ ਇਸਲਾਮ ਤੇ ਕੋਈ ਹਮਲਾ ਨਹੀਂ ਕੀਤਾ, ਉਹਨਾਂ ਲੋਕਾਂ ਤੇ ਹਮਲਾ ਕੀਤਾ ਜਿਨ੍ਹਾਂ ਨੇ ਜ਼ੁਲਮ ਕੀਤੇ ਸੀਗੇ, ਔਰ ਕੁਝ ਹਿੰਦੂ ਵੀ ਸੀਗੇ ਨਾਲ ਉਹਨਾਂ ਸ਼ਾਸਕਾਂ ਦੇ ਨਾਲ, ਬਿਲਕੁਲ ਉਹਨਾਂ ਨੂੰ ਵੀ ਨਹੀਂ ਬਖਸ਼ਿਆ ਗਿਆ, ਨਹੀਂ ਬਖਸ਼ਿਆ। ਸੋ ਇਹ ਗੱਲਾਂ ਸੋਚਣ ਵਾਲੀਆਂ। ਬੰਦਾ ਸਿੰਘ ਬਹਾਦਰ ਨੂੰ ਨਾਲ ਇੱਕ ਗੱਲ ਹੋਰ ਪੱਖ ਵੀ ਹੈ, ਜਿਹੜੀ ਫੌਜ ਉਹਨੇ ਖੜੀ ਕੀਤੀ ਆ ਕੇ ਜਿਹਦੇ ਸਿਰ ਤੇ ਸਿੱਖ ਰਾਜ ਸਥਾਪਿਤ ਹੋਇਆ ਜੀ, ਉਹ ਵੀ ਦੱਬੇ ਕੁਝ ਦੇ ਲੋਕ ਸੀਗੇ, ਬਿਲਕੁਲ ਗੁੱਜਰ ਭਾਈਚਾਰੇ ਦੇ ਲੋਕ ਸੀਗੇ, ਆਮ ਜਿਹੜੇ ਜਿਨ੍ਹਾਂ ਨੂੰ ਕੋਈ ਪੁੱਛ ਪ੍ਰਤੀਤ ਨਹੀਂ ਸੀ, ਉਹਨਾਂ ਨੂੰ ਜ਼ਮੀਨਾਂ ਬਖਸ਼ੀਆਂ, ਨਾਲ ਉਹਨਾਂ ਸਪਿਰਿਟ ਉਹਨਾਂ 'ਚ ਫੂਕੀ ਉਹਨਾਂ 'ਚ। ਇਸ ਤਰੀਕੇ ਨਾਲ ਤੁਸੀਂ ਵੇਖੋ ਕਿ ਜਦੋਂ ਉਹਨਾਂ ਨੇ ਕਿਸਾਨਾਂ ਨੂੰ ਇਕੱਠੇ ਕਰਤਾ, ਬੇਜ਼ਮੀਨਾਂ ਨੂੰ ਇਕੱਠੇ ਕਰਤੇ, ਇੰਨਾ ਪਾੜਾ ਪਿਆ ਮੁਗਲਿਆ ਹੁਕੂਮਤ ਨੂੰ ਕਿ ਉਹਨਾਂ ਨੇ ਉਦੋਂ ਜਿਹਾਦ ਦਾ ਨਾਰਾ ਦਿੱਤਾ ਇਸ ਮਤਲਬ ਵਿਦਰੋਹ ਨੂੰ ਕੁਚਲਣ ਦੇ ਵਾਸਤੇ ਜੀ। ਸੋ ਜੋ ਸਟੇਟ ਸੀ ਉਸ ਵੇਲੇ ਦਾ, ਉਹ ਜ਼ਰੂਰ ਧਰਮ ਦਾ ਪੱਤਾ ਖੇਡ ਰਿਹਾ ਸੀ, ਜਦੋਂ ਕਿ ਬੰਦਾ ਸਿੰਘ ਬਹਾਦਰ ਨੇ ਆਪਣੇ ਸੈਕੂਲਰ ਸਪਿਰਿਟ ਨੂੰ ਜਿਹੜੇ ਗੁਰੂ ਆਸ਼ੇ ਮੁਤਾਬਕ ਉਸੇ ਤਰ੍ਹਾਂ ਬਹਾਲ ਰੱਖਿਆ। ਜਿੰਨੀ ਪਿਆਰੀ ਗੱਲ ਹੈ ਕਿ ਜਦੋਂ ਜਿਸ ਤਰ੍ਹਾਂ ਦਾ ਰਾਜ ਉਹਨਾਂ ਨੇ ਸਿਰਜਿਆ, ਜਿੱਥੇ ਕਿ ਜ਼ਮੀਨਾਂ ਜਿਨ੍ਹਾਂ ਕੋਲ ਨਹੀਂ ਉਹਨਾਂ ਨੂੰ ਜ਼ਮੀਨਾਂ ਦਿੱਤੀਆਂ, ਉੱਥੋਂ ਕਿਰਤ ਕਰਕੇ ਉਹ ਆਪਣੀ ਮਿਹਨਤਕਸ਼ ਲੋਕ ਢਿੱਡ ਪਾਲ ਸਕਦੇ ਨੇ, ਅਤੇ ਰਾਜ ਦਾ ਸਿਸਟਮ ਇਹੋ ਜਿਹਾ ਬਣਾ ਦਿੱਤਾ ਕਿ ਇਹ ਲੋਕਾਂ ਦੇ ਨਾਲ ਕੋਈ ਧੱਕੇਸ਼ਾਹੀ ਨਹੀਂ ਹੋਏਗੀ। ਇੱਥੇ ਬਾਦਸ਼ਾਹ ਅਤੇ ਜਨਤਾ ਇਹਨਾਂ ਦੇ ਵਿੱਚ ਕੋਈ ਅੰਤਰ ਨਹੀਂ ਹੋਏਗਾ, ਅਤੇ ਐਸ਼ ਪ੍ਰਸਤੀ ਦਾ ਆਧਾਰ ਨਹੀਂ ਹੋਏਗਾ। ਬੇਸ਼ੱਕ ਉਸ ਵੇਲੇ ਜਿਵੇਂ ਪੱਤਾ ਖੇਡਿਆ ਜਾਂਦਾ ਸੀ ਜਾਂ ਕਰ ਉਗਰਾਏ ਜਾਂਦੇ ਸੀ, ਜੇ ਥੋੜ੍ਹਾ ਜਿਹਾ ਉਹੀ ਗੁਰੂ ਕਾਲ ਨੂੰ ਉਸ ਸਮੇਂ ਦੇ ਦੌਰਾਨ ਆਈਏ ਤਾਂ ਮੈਂ ਇੱਕ ਗੱਲ ਬੜੀ ਦਿਲਚਸਪ ਗੱਲ, ਜਦੋਂ ਗੁਰੂ ਅਮਰਦਾਸ ਜੀ ਦੀ ਕਰਾਂ 'ਤੇ ਜਿਹੜੇ ਅਲੱਗ-ਅਲੱਗ ਟੈਕਸ ਸੀ ਉਹਨਾਂ ਨੂੰ ਚੁਣੌਤੀ ਦੇਣ ਦੀ ਗੱਲ ਸੀ, ਗੁਰੂ ਰਾਮਦਾਸ ਜੀ ਨੇ ਵੀ ਉਹੀ ਗੱਲ ਨੂੰ ਜਿਹੜਾ ਅਕਬਰ ਦੇ ਵੇਲੇ ਬਾਰ-ਬਾਰ ਬਿਆਨ ਕੀਤਾ। ਸੁਲਹੀ ਨੂੰ ਜਦੋਂ ਗੁਰੂ ਅਰਜਨ ਦੇਵ ਜੀ 'ਤੇ ਹਮਲੇ ਦੇ ਵਾਸਤੇ ਭੇਜਿਆ ਗਿਆ ਜਹਾਂਗੀਰ ਵੱਲੋਂ, ਉਸ ਵੇਲੇ ਵੀ ਇਹ ਗੱਲ ਸਾਹਮਣੇ ਆਈ। ਪਰ ਇੱਕ ਬੜੀ ਅਜੀਬ ਜਿਹੀ ਗੱਲ ਕਿ ਦੇਖੋ ਅੱਜ ਦੇ ਲੋਕ ਜਿਹੜੇ ਇਤਿਹਾਸ ਦੇ ਵਿੱਚ ਬੰਦਾ ਸਿੰਘ ਬਹਾਦਰ ਨੂੰ ਵੀ ਇੱਕ ਵੀਰ ਬੈਰਾਗੀ ਜਾਂ ਮਾਧੋਦਾਸ ਬੈਰਾਗੀ ਦੇ ਤੌਰ 'ਤੇ ਪੇਸ਼ ਕਰਕੇ ਸਥਾਪਿਤ ਕਰਕੇ ਆਪਣੇ ਹੱਕ 'ਚ ਭੁਗਤਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਉਹ ਸਪਿਰਿਟ ਜਿੱਥੋਂ ਆਈ ਉੱਥੋਂ ਦੀ ਗੱਲ ਨਹੀਂ, ਸੋਧ ਦੇ ਜਾਂ ਵਿਚਾਰ ਦੇ ਨਹੀਂ। ਹੁਣ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਗੁਰੂ ਅਮਰਦਾਸ ਜੀ ਦੇ ਕਾਲ ਦੇ ਵਿੱਚ ਜਦੋਂ ਇਹੋ ਜਿਹੇ ਕਰਾਂ 'ਤੇ ਟੈਕਸਾਂ 'ਤੇ ਹੋਰ ਗਲਤ ਪ੍ਰਥਾਵਾਂ 'ਤੇ ਰੋਕ ਲਾਉਣ ਲਈ ਗੁਰੂ ਅੱਗੇ ਆਏ, ਅਤੇ ਉਸ ਵੇਲੇ ਉਸ ਸਮੇਂ ਇੱਕ ਹਿੰਦੂਤਵੀ ਤਾਕਤ ਨੂੰ ਪੇਸ਼ ਕੀਤਾ ਗਿਆ। ਉਸ ਵੇਲੇ ਦੇ ਜਿਹੜੇ ਕਮਜ਼ੋਰ ਦੱਬੇ ਕੁਚਲੇ ਹਿੰਦੂ ਸੀ ਜਾਂ ਮੁਸਲਮਾਨ ਸੀ ਜਾਂ ਸਿੱਖ ਸੀ, ਉਹ ਹਿੰਦੂਤਵੀ ਤਾਕਤ ਦੇ ਵਿੱਚ ਇੱਕ ਪਾਤਰ ਚੁਣਿਆ ਗਿਆ। ਉਸ ਪਾਤਰ ਦਾ ਨਾਂ ਬੀਰਬਲ। ਬੀਰਬਲ ਦੇ ਨਾਂ ਦੇ ਉੱਪਰ ਉਸ ਨੂੰ ਅੱਜ ਮਜ਼ਾਕ ਦਾ, ਮੁਸਕਰਾਹਟ ਦਾ ਪਾਤਰ ਬਣਾ ਕੇ ਪੇਸ਼ ਕੀਤਾ ਜਾਂਦਾ, ਉਹਦੇ ਨਾਲ ਗੱਲਾਂ ਜੋੜੀਆਂ ਜਾਂਦੀਆਂ। ਅਕਬਰ ਦੇ ਕਾਲ ਦੇ ਵਿੱਚ ਜੀ ਬੀਰਬਲ ਨੇ ਇਹ ਕਿਹਾ, ਬੱਚੇ ਨੂੰ ਜ਼ੁਬਾਨੀ ਯਾਦ ਕਰਾ ਦਿੱਤਾ। ਪਰ ਉਸ ਬੀਰਬਲ ਨੇ ਉਸ ਵੇਲੇ ਦੇ ਹਿੰਦੂਆਂ ਨੂੰ ਇਹ ਕਿਹਾ ਸੀ, ਮੈਂ ਹਿੰਦੂ ਹਾਂ, ਮੈਨੂੰ ਪ੍ਰਤੀਨਿਧ ਬਣਾਇਆ ਗਿਆ, ਮੈਨੂੰ ਤੁਸੀਂ ਮੇਰੇ ਨਾਂ 'ਤੇ ਟੈਕਸ ਦਿਓ, ਬ੍ਰਾਹਮਣੀ ਟੈਕਸ। ਫਿਰ ਉਹਨੇ ਗੁਰੂ ਅਮਰਦਾਸ ਜੀ ਦੇ ਗੋਇੰਦਵਾਲ ਇਲਾਕੇ ਦੇ ਵਿੱਚ ਆ ਕੇ ਇਸ ਗੱਲ ਦਾ ਧੌਂਸ ਦੇਣੀ ਸ਼ੁਰੂ ਕੀਤੀ ਕਿ ਇੱਥੇ ਜਿੰਨੇ ਵਸਦੇ ਆ ਟੈਕਸ ਦੇਣ। ਅਤੇ ਪੀੜਤ ਹਿੰਦੂ ਗੁਰੂ ਸਾਹਿਬ ਦੇ ਕੋਲ ਆਏ, ਆ ਕੇ ਕਹਿੰਦੇ ਵੀ ਸਾਡੇ ਕੋਲ ਇਹ ਜਿਹੜਾ ਅਕਬਰ ਦਾ ਸਾਥੀ ਇੱਕ ਆਇਆ, ਉਹ ਟੈਕਸ ਮੰਗਦਾ ਜਬਰੀ, ਪੈਸੇ ਇਕੱਠੇ ਕਰਕੇ ਦਿਓ। ਅਤੇ ਗੁਰੂ ਸਾਹਿਬ ਨੇ ਕਿਹਾ ਵੀ ਉਹਨੂੰ ਕਹੋ ਭਾਈ ਅਸੀਂ ਤਾਂ ਇੱਥੇ ਕਿਰਤੀ ਲੋਕ ਹਾਂ, ਅਸੀਂ ਕੋਈ ਵਾਧੂ ਘਾਟੂ ਨਹੀਂ ਦੇ ਸਕਦੇ, ਜਿੰਨਾ ਕੁ ਹੈ ਸਾਡੇ ਕੋਲ ਇਹੀ ਆ। ਮਨਾ ਕਰ ਦਿੱਤਾ।
ਉਹ ਕਹਿੰਦਾ ਵੀ ਕੱਲ ਸਵੇਰੇ ਜਾ ਕੇ ਇਹਨਾਂ ਨੂੰ ਲੁੱਟਣਾ ਵੀ ਆ ਤੇ ਇਹਨਾਂ ਨੂੰ ਕੁੱਟਣਾ ਵੀ ਆ। ਸੁਬਾਹ ਕਿਤੇ ਸਮਾਂ ਆਇਆ, ਅਕਬਰ ਦਾ ਸੁਨੇਹਾ ਆਇਆ ਕਿ ਤੂੰ ਆਪਣਾ ਅਗਲਾ ਪੜਾਅ ਲੈ ਕੇ ਚੱਲ ਤੇ ਤੇਰੇ ਲਈ ਹੋਰ ਜ਼ਿੰਮੇਵਾਰੀ ਆ। ਤੇ ਜਾਂਦਾ ਜਾਂਦਾ ਉਹ ਕਹਿਣ ਲੱਗਿਆ ਕਿ ਨਾ ਮੈਂ ਵਾਪਸ ਆਊਂਗਾ ਤੇ ਇਹਨਾਂ ਦਾ ਜਿਹੜਾ ਇਹ ਸਿਸਟਮ ਵੀ ਮੈਂ ਖਤਮ ਕਰੂੰ ਤੇ ਇੱਥੋਂ ਇਹਨਾਂ ਲੋਕਾਂ ਤੋਂ ਵੀ, ਹਿੰਦੂਆਂ ਤੋਂ ਵੀ ਤੇ ਇਹ ਜਿਹੜੇ ਸਿੱਖ ਆ ਇਹਨਾਂ ਤੋਂ ਵੀ ਮੈਂ ਇਹ ਅਗਰਾਉਣਾ ਟੈਕਸ। ਤੇ ਗੁਰੂ ਸਾਹਿਬ ਨੇ ਸੁਭਾਅ ਕੇ ਕਿਹਾ ਕਿ ਜਦੋਂ ਆਊਗਾ ਫਿਰ ਦੇਖਾਂਗੇ। ਉਹ ਅਖੀਰ ਨੂੰ ਰਾਹ 'ਚ ਹੀ ਮਰ ਗਿਆ। ਉਸ ਦੀ ਮੌਤ ਜਿਹੜੀ ਬੜੀ ਭਿਆਨਕ ਕਿਸਮ ਦੀ ਹੋਈ, ਜਿਸ ਤਰ੍ਹਾਂ ਕੰਦਰਾਂ ਪੱਥਰਾਂ ਦੇ ਵਿੱਚ ਹੀ ਗਲ ਸੜ ਕੇ ਮਰਿਆ। ਪਰ ਮੈਂ ਹੈਰਾਨ ਸੀ ਕਿ ਉਸ ਨੇ ਜੋ ਅਤਿਆਚਾਰ ਕੀਤੇ, ਉਸ ਬੀਰਬਲ ਦੇ ਉਸ ਅਤਿਆਚਾਰ ਨੂੰ ਨਹੀਂ ਪੇਸ਼ ਕੀਤਾ ਗਿਆ, ਉਸ ਨੂੰ ਇੱਕ ਪਾਤਰ ਬਣਾ ਕੇ ਪੇਸ਼ ਕਰ ਦਿੱਤਾ ਗਿਆ ਇਤਿਹਾਸ ਦੇ ਵਿੱਚ। ਜੇ ਇੱਕ ਬੜਾ ਹਸਮੁਖ ਜਿਹਾ ਪਾਤਰ ਸੀ, ਮਜ਼ਾਕੀਆ ਕਿਸਮ ਦਾ ਸੀ, ਕਰੈਕਟਰ ਇਸ ਤਰ੍ਹਾਂ ਦਾ, ਪਰ ਉਹਨੇ ਜੋ ਜ਼ੁਲਮ ਕੀਤਾ ਲੋਕਾਂ ਤੇ ਉਹ ਇਤਿਹਾਸ ਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਦੇਖੋ ਇਹ ਤਾਂ ਦੁਖਾਂਤ ਹੈ ਹਿੰਦੂਤਵੀ ਤਾਕਤਾਂ ਦਾ ਜੀ। ਇਹਨਾਂ ਨੇ ਹਮੇਸ਼ਾ ਮੁਸਲਮਾਨਾਂ ਨੂੰ ਇਸ ਤਰ੍ਹਾਂ ਪੇਸ਼ ਕੀਤਾ ਕਿ ਜਿਵੇਂ ਉਹ ਜ਼ਾਲਮ ਹੋਣ ਜੀ। ਜਦੋਂ ਕਿ ਰਾਜ ਪ੍ਰਬੰਧਾਂ ਵਿੱਚ ਹਰ ਇੱਕ 'ਚ ਘਾਟਾਂ ਰਹੀਆਂ, ਕੋਈ ਰਾਜ ਪ੍ਰਬੰਧ ਪਰਫੈਕਟ ਨਹੀਂ ਸੀਗਾ ਜੀ, ਪਰਫੈਕਟ ਨਹੀਂ ਸੀਗਾ, ਕਿਤੇ ਨਾ ਕਿਤੇ ਊਣਤਾਈਆਂ ਰਹਿ ਜਾਂਦੀਆਂ। ਪਰ ਸਮੂਚਤਾ 'ਚ ਗੱਲ ਨੂੰ ਲੈਣਾ ਚਾਹੀਦਾ, ਪਹਿਲੀ ਗੱਲ। ਜੀ। ਦੂਜੀ ਗੱਲ ਹੈ ਕਿ ਜਿਹੜਾ ਇਸ ਕਿਸਮ ਦੀ ਪੇਸ਼ਕਾਰੀ ਕਿ ਉਹਨਾਂ ਨੂੰ ਖਲਨਾਇਕ ਬਣਾ ਕੇ ਪੇਸ਼ ਕਰੋ, ਇਹਨਾਂ ਲੋਕਾਂ ਨੇ ਤਾਂ ਅਕਬਰ ਦਾ ਵੀ ਲਿਹਾਜ਼ ਨਹੀਂ ਕੀਤਾ। ਹਾਲਾਂਕਿ ਅਕਬਰ ਬਹੁਤ ਉਦਾਰ ਰਾਜਾ ਸੀਗਾ, ਬਿਲਕੁਲ। ਉਸਨੇ ਜਿਹੜਾ ਦੀਨੇ ਇਲਾਹੀ ਚਲਾਇਆ ਸੀ ਕਿ ਸੈਕੂਲਰਿਜ਼ਮ ਦਾ ਇੱਕ ਤਰੀਕੇ ਨਾਲ ਬੂਟਾ ਲਾਇਆ, ਸਭ ਨੂੰ ਨਾਲ ਲੈ ਕੇ ਤੁਰਨ ਦਾ ਉਪਰਾਲਾ ਕੀਤਾ। ਹਿੰਦੂ ਘਰਾਂ ਵਿੱਚ ਉਸਦਾ ਵਿਆਹ ਵੀ ਹੋਇਆ, ਡੋਲੇ ਵੀ ਆਏ, ਬਿਲਕੁਲ। ਪਰ ਉਸ ਵਿਅਕਤੀ ਨੂੰ ਵੀ ਇਹ ਖਲਨਾਇਕ ਬਣਾ ਕੇ ਪੇਸ਼ ਕਰਦੇ ਰਹੇ ਨੇ। ਉਹਦੇ ਬਾਰੇ ਇਹ ਪ੍ਰਚਾਰਦੇ ਨੇ ਕਿ ਦੀਨੇ ਇਲਾਹੀ ਦੇ ਮਤਲਬ ਲਕਬ ਹੇਠਾਂ ਇਹ ਵੀ ਧਰਮ ਪਰਿਵਰਤਨ ਕਰਾ ਰਿਹਾ ਸੀ, ਜਦੋਂ ਕਿ ਉਹਦੀ ਕੋਈ ਮਨਸ਼ਾ ਨਹੀਂ ਸੀ ਇਹੋ ਜਿਹੀ। ਜੇ ਇਹੋ ਜਿਹੀ ਮਨਸ਼ਾ ਹੁੰਦੀ ਫਿਰ ਉਹ ਜਿਹੜੀ ਜੋਧਾ ਕਿਉਂ ਨਾ ਮੁਸਲਮਾਨ ਬਣੀ, ਗੱਲ ਸੋਚਣ ਵਾਲੀ ਹੈ ਜੀ। ਫਿਰ ਉਸ ਤੋਂ ਇਲਾਵਾ ਤੁਸੀਂ ਇਹ ਵੇਖੋ ਕਿ ਟੀਪੂ ਸੁਲਤਾਨ ਬਾਰੇ ਵੀ ਜ਼ਹਿਰ ਉਗਲਦੇ ਆ ਜੀ। ਮੈਨੂੰ ਅਜੇ ਵੀ ਯਾਦ ਹੈ ਕਿ ਆਰਐਸਐਸ ਦੇ ਲੀਡਰ ਨਾਲ ਮੇਰੀ ਪੰਜਾਬ 'ਚ ਬਹਿਸ ਹੋਈ ਟੀਪੂ ਸੁਲਤਾਨ ਦੇ ਪ੍ਰਸ਼ਨ ਤੇ ਜੀ। ਉਹਨੂੰ ਤੜਿੰਗਾ ਬੜਾ ਲੱਗਾ ਜਦੋਂ ਮੈਂ ਕਿਹਾ ਟੀਪੂ, ਉਹਨੇ ਕਿਹਾ ਵੀ ਕਿਹੜੇ ਮੁਸਲਮਾਨ ਰਾਜੇ ਨੇ ਆਜ਼ਾਦੀ ਲੜਾਈ 'ਚ ਹਿੱਸਾ ਪਾਇਆ। ਨਾ ਬਹਾਦਰ ਸ਼ਾਹ ਜ਼ਫਰ ਨੂੰ ਇਸ ਗੱਲ ਨੂੰ ਕ੍ਰੈਡਿਟ ਦੇਣ ਲਈ ਤਿਆਰ, ਨਾ ਟੀਪੂ ਸੁਲਤਾਨ ਨੂੰ ਕ੍ਰੈਡਿਟ ਦੇਣ ਲਈ ਤਿਆਰ, ਜਦੋਂ ਕਿ ਆਪਣੇ ਇਹਨਾਂ ਦੇ ਜਿਹੜੇ ਜਿਨ੍ਹਾਂ ਨੂੰ ਇਹ ਆਦਰਸ਼ ਮੰਨਦੇ ਨੇ ਉਹਨਾਂ ਨੇ ਤਾਂ ਆਜ਼ਾਦੀ ਲੜਾਈ ਨੂੰ ਪਿੱਠ ਦਿੱਤੀ ਹੈ ਜੀ। ਸੋ ਇਹ ਇਹਨਾਂ ਨੇ ਕੰਮ ਹੀ ਫੜ ਲਿਆ ਕਿ ਜਿਹੜਾ ਇਸ ਕਿਸਮ ਦਾ ਪਾਤਰ ਹੋਊਗਾ ਬੀਰਬਲ ਵਰਗਾ, ਉਹਦੇ ਸਾਰੇ ਪੱਖ ਜਿਹੜੇ ਪੋਜ਼ਿਟਿਵ ਲੜਾਈ 'ਚ ਵਿਖਾਏ ਜਾਣ, ਬਾਕੀ ਸਾਰਿਆਂ ਨੂੰ ਖਲਨਾਇਕ ਬਣਾ ਕੇ ਪੇਸ਼ ਕੀਤਾ ਜਾਵੇ। ਸੋ ਮੇਰੇ ਲਈ ਕੋਈ ਹੈਰਾਨੀ ਵਾਲੀ ਗੱਲ ਨਹੀਂ, ਪਰ ਅਫਸੋਸ ਦੀ ਗੱਲ ਹੈ ਕਿ ਜਿਵੇਂ ਸਿੱਖ ਹਿਸਟਰੀ ਨੂੰ ਵੀ ਇਹ ਵਿਗਾੜ ਰਹੇ ਆ, ਉਸ ਨੂੰ ਵੀ ਇੰਝ ਬਣਾ ਕੇ ਪੇਸ਼ ਕਰ ਰਹੇ ਕਿ ਜਿਵੇਂ ਸਿੱਖ ਜਿਹੜੇ ਆ ਇਹ ਹਿੰਦੂਆਂ ਦੀ ਪਨੀਰੀ ਨੇ। ਸੋ ਇਸ ਕਿਸਮ ਦੀ ਜਿਹੜੀ ਗੱਲਾਂ ਹੋ ਰਹੀਆਂ ਊਲ ਜਲੂਲ ਕਿਸਮ ਦੀਆਂ, ਇਸ ਨੂੰ ਚੁਣੌਤੀ ਦੇਣੀ ਬਣਦੀ ਹੈ। ਗੁਰਪ੍ਰੀਤ ਸਿੰਘ ਜੀ, ਜਿਹੜੀ ਇੱਕ ਗੱਲ ਬੰਦਾ ਸਿੰਘ ਬਹਾਦਰ ਦੇ ਬਾਰੇ, ਇਹ ਗੱਲ ਜਿਹੜੀ ਇਤਿਹਾਸ ਨੂੰ ਵਿਗਾੜ ਕੇ ਪੇਸ਼ ਕੀਤੀ ਜਾ ਰਹੀ ਹੈ, ਜਿਹੜੀ ਦੁਖਦਾਈ ਹੈ ਤੇ ਜਿਸ ਨੂੰ ਲਗਾਤਾਰ ਇੱਕ ਨਿਰੰਤਰਤਾ ਦੇ ਵਿੱਚ ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ, ਉਹ ਇਹ ਹੈ ਕਿ ਬੰਦਾ ਬਹਾਦਰ, ਜਿਹਨੂੰ ਅੰਮ੍ਰਿਤ ਛਕ ਕੇ ਗੁਰਬਖਸ਼ ਸਿੰਘ ਦਾ ਨਾਂ ਦਿੱਤਾ ਗਿਆ, ਪਰ ਉਹ ਇੰਨਾ ਬੰਦਾ, ਗੁਰੂ ਦਾ ਬੰਦਾ ਸਿੰਘ ਕਰਕੇ ਮਸ਼ਹੂਰ ਹੋਇਆ ਕਿ ਬੱਚੇ ਦੀ ਜ਼ੁਬਾਨ ਤੇ ਉਹ ਨਾਮ ਅੱਜ ਹੈ। ਪਰ ਉਸ ਨੂੰ ਬੈਰਾਗੀ ਦੇ ਤੌਰ ਤੇ ਪੇਸ਼ ਕਰਕੇ ਫਿਰ ਇਹ ਕਹਿ ਕੇ, ਸਾਡੇ ਕੋਲ ਬਹੁਤ ਸਾਰੀਆਂ ਪੁਸਤਕਾਂ ਨੇ, ਕੱਲ੍ਹ ਮੈਂ ਤਕਰੀਬਨ ਉਹਨਾਂ ਦੇ ਵਿੱਚੋਂ ਕਈ ਕਿਤਾਬਾਂ ਜਿਹੜੀਆਂ ਹਨ 2020 ਦੇ ਵਿੱਚ ਪਬਲਿਸ਼ ਹੋ ਰਹੀਆਂ ਨੇ, ਜਿਨ੍ਹਾਂ ਦੇ ਵਿੱਚ ਹੈ ਹਿੰਦੂ ਰਾਜ ਕਾ ਸਿਰਜਕ ਬੰਦਾ ਬੈਰਾਗੀ, ਇਹ ਟਾਈਟਲ, ਤੇ ਉਹਨੂੰ ਛਾਪਣ ਵਾਲੇ ਬਕਾਇਦਾ ਤੌਰ ਤੇ ਉਹ ਸਾਰੇ ਵਿਸਤਾਰ ਸਾਡੇ ਕੋਲ ਨੇ। ਅੱਜ ਵੀ ਗੂਗਲ ਤੇ ਸਰਚ ਕਰਕੇ ਸਾਡੇ ਦਰਸ਼ਕ ਵੀ ਦੇਖ ਸਕਦੇ ਨੇ ਕਿ ਕਿਸ ਤਰੀਕੇ ਨਾਲ ਉਹਨਾਂ ਕਿਤਾਬਾਂ ਦੇ ਵਿੱਚ ਜ਼ਹਿਰ ਉਗਲਿਆ ਗਿਆ, ਖਾਸ ਕਰਕੇ ਉਸ ਨੂੰ ਬੰਦਾ ਬੈਰਾਗੀ ਜਾਂ ਮਾਧੋਦਾਸ ਬੈਰਾਗੀ ਹੀ ਪੇਸ਼ ਕੀਤਾ ਗਿਆ। ਤੁਸੀਂ ਹੁਣ ਦੇਖੋ ਵੀ ਜਦੋਂ ਗੁਰੂ ਸਾਹਿਬ ਨੇ ਉਸ ਨੂੰ ਬਕਾਇਦਾ ਸਿੰਘ ਸਜਾ ਕੇ ਉਹਦੇ ਅੰਦਰ ਸਪਿਰਿਟ ਭਰ ਕੇ ਉਸ ਦਾ ਜੀਵਨ ਬਦਲ ਦਿੱਤਾ, ਤੇ ਉਸ ਤੋਂ ਬਾਅਦ ਉਹਨੇ ਇੱਕ ਖਾਲਸਾ ਰਾਜ ਸਥਾਪਿਆ। ਉਹਦਾ ਕੁਛ ਭਗਵੇਂ ਕਰਨ ਨਾਲ ਲੈਣ ਦੇਣ ਨਹੀਂ, ਉਹਦਾ ਉਹਨਾਂ ਗੱਲਾਂ ਦੇ ਨਾਲ ਲੈਣ ਦੇਣ ਨਹੀਂ ਜਿਹੜੀਆਂ ਪਿਛਲੀਆਂ ਸਨ, ਉਹਦੇ ਵਿੱਚ ਇਤਿਹਾਸਕ ਤਬਦੀਲੀ ਆਈ। ਗਿਣ ਮਿੱਥ ਕੇ ਉਸ ਨੂੰ ਇਉਂ ਪੇਸ਼ ਕੀਤਾ ਜਾ ਰਿਹਾ ਕਿ ਉਹ ਇੱਕ ਵੈਰਾਗੀ ਸੀ, ਤੇ ਉਸ ਵੈਰਾਗੀ ਨੇ ਹੀ ਜਾ ਕੇ ਜਿਹੜਾ ਹੈ ਇਸ ਤਰ੍ਹਾਂ ਦਾ ਆਪਣਾ ਜਿਹੜਾ ਉਹ ਰੂਪ ਕਾਇਮ ਰੱਖਿਆ, ਜਦਕਿ ਇਤਿਹਾਸ ਇਸ ਗੱਲ ਨੂੰ ਬਿਲਕੁਲ ਪ੍ਰਵਾਨ ਨਹੀਂ ਕਰਦਾ। ਸੋ ਇਹ ਇਤਿਹਾਸ ਦੇ ਭਗਵੇਂ ਕਰਨ ਦੇ ਰੂਪ ਦੇ ਵਿੱਚ ਕੀ ਕਹਿਣਾ ਚਾਹੋਗੇ? ਦੇਖੋ, ਇਹ 'ਚ ਦੋ ਤਿੰਨ ਗੱਲਾਂ ਨੇ। ਇੱਕ ਤਾਂ ਜਿਹੜਾ ਬੰਦਾ ਸਿੰਘ ਬਹਾਦਰ ਜਿਹੜੇ ਮਹਾਰਾਸ਼ਟਰ ਸੂਬੇ ਦੇ ਵਿੱਚ ਬਿਰਾਗ ਲੈ ਕੇ ਬੈਠਾ ਸੀ ਜੀ, ਅਸਲ 'ਚ ਉਹਦਾ ਪਿਛੋਕੜ ਬੜਾ ਇੰਟਰਸਟਿੰਗ ਹੈ ਜੀ। ਪਹਿਲੀ ਗੱਲ, ਜੇ ਉਹਦਾ ਪਿੱਛਾ ਵੀ ਦੇਖੀਏ ਆਪਾਂ, ਤੇ ਉਸ ਵਿੱਚ ਜਿਹੜੀਆਂ ਇਸ ਕਿਸਮ ਦੀਆਂ ਜੁਝਾਰੂ ਰੁਚੀਆਂ ਪਹਿਲਾਂ ਵੀ ਸੀਗੀਆਂ ਜੀ। ਕਿੰਨਾ ਪਰਿਸਥਿਤੀਆਂ ਵਿੱਚ ਉਹ ਵਿਰਾਗ ਲਿਆ ਉਹ ਵੱਖਰਾ ਸਵਾਲ ਹੈ, ਪਰ ਵਿਰਾਗ ਤੋਂ ਪਹਿਲਾਂ ਇੱਕ ਉਹਦਾ ਪੱਖ ਇਹ ਵੀ ਹੈ ਕਿ ਉਹਨੇ ਮਰਾਠਾ ਫੌਜਾਂ ਲਈ ਕੰਮ ਕੀਤਾ, ਗੁਰੀਲਾ ਲੜਾਈ ਦੇ ਵਿੱਚ ਉਹਦੀ 'ਚ ਯੋਗਤਾ ਸੀਗੀ। ਔਰ ਸਬਬ ਇਹ ਵੀ ਬਣਦਾ ਕਿ ਗੁਰੂ ਕਾਲ ਦੇ ਵੇਲੇ ਤੋਂ ਜਿਹੜੇ ਸੰਬੰਧ ਸੀ ਮਰਾਠਿਆਂ ਨਾਲ, ਉਹਦੇ ਵਿੱਚੋਂ ਹੀ ਕਿਤੇ ਗੱਲ ਇਹ ਮਹਾਰਾਸ਼ਟਰ 'ਚ ਪਹੁੰਚੀ, ਕਿਵੇਂ ਤੁਸੀਂ ਘੋੜੇ ਵੀ ਰੱਖੋ, ਘੁੜਸਵਾਰ ਵੀ ਬਣੋ, ਤੇ ਉਹ ਗੱਲ ਜਿਹੜੀ ਆ ਮਰਾਠਿਆਂ ਕੋਲ ਆਈ। ਉਹ ਬੜੀ ਦਿਲਚਸਪ ਗੱਲ ਹੈ ਜੀ। ਰਾਮਦਾਸ ਜਦੋਂ ਗੁਰੂ ਹਰਗੋਬਿੰਦ ਸਾਹਿਬ ਦੇ ਇਤਿਹਾਸ ਨੂੰ ਦੇਖਦੇ,
ਬੜੀ ਰੌਚਕ ਗੱਲ ਤੁਸੀਂ ਅੱਜ ਛੂਈ ਹੈ ਕਿ ਗੁਰੂ ਸਾਹਿਬ ਜਿਸ ਵੇਲੇ ਪ੍ਰਚਾਰ ਕਰ ਰਹੇ ਸਨ, ਇੱਕ ਫਕੀਰ ਇਸ ਕਿਸਮ ਦਾ ਉਹ ਮਿਲਦਾ ਹੈ, ਇਸ ਦਾ ਹਵਾਲਾ ਇਤਿਹਾਸ 'ਚ ਮਿਲਦਾ। ਉਹ ਪੁੱਛਦਾ ਵੀ ਹੈ ਕਿ ਇੱਕ ਜਿਹੜਾ ਸਾਧੂ ਹੈ, ਇੱਕ ਪੀਰ ਆ, ਫਕੀਰ ਆ, ਉਹਦੇ ਕੋਲ ਤਲਵਾਰਾਂ ਦਾ ਕੀ ਕੰਮ ਹੈ, ਇਹ ਦੌਲਤ ਦਾ ਕੀ ਕੰਮ ਹੈ, ਸਾਰੀਆਂ ਸਵਾਲਾਂ। ਉਹ ਦੌਲਤ ਗੁਜ਼ਰਾਨ ਵਗੈਰਾ ਵਗੈਰਾ, ਉਹ ਬੜਾ ਪ੍ਰਚਲਿਤ ਜੇ ਵਾਕ, ਬੜੇ ਮੁਹਾਵਰੇ ਬਣੇ ਹੋਏ ਨੇ ਅੱਜ ਲੋਕ ਸ਼ੈਲੀ ਦੇ ਵਿੱਚ। ਗੁਰੂ ਸਾਹਿਬ ਤੇ ਉਹਦੀ ਵਾਰਤਾਲਾਪ, ਗੁਰੂ ਸਾਹਿਬ ਉਸ ਨੂੰ ਸਮਝਾਉਂਦੇ ਨੇ ਕਿ ਮੇਰੇ ਕੋਲ ਤਲਵਾਰਾਂ ਵੀ ਦੋ ਨੇ, ਇੱਕ ਮੀਰੀ ਦੀ ਵੀ ਹੈ ਤੇ ਦੂਜੀ ਪੀਰੀ ਦੀ ਵੀ ਹੈ, ਇੱਕ ਜ਼ੁਲਮ ਦਾ ਨਾਸ਼ ਕਰਨਾ ਤੇ ਇੱਕ ਲੋਕਾਂ ਨੂੰ ਭਗਤੀ ਦੀ ਜਿਹੜੀ ਸੁਨੇਹਾ ਦੇਣਾ। ਦੂਸਰਾ ਇਹ ਹੈ ਕਿ ਦੌਲਤ ਜਿਹੜੀ ਹੈ ਇਸ ਨੂੰ ਜੇ ਮੈਂ ਆਪਣੇ ਕੋਲ ਰੱਖਿਆ ਤਾਂ ਇਹ ਲੋਕਾਂ ਦੇ ਹਿੱਤਾਂ ਦੇ ਵਾਸਤੇ ਆ, ਇੱਕ ਜਿਹੜੀ ਪਾਤਸ਼ਾਹੀ ਹੈ ਉਸ ਦੀ ਇਹ ਪਛਾਣ ਹੈ, ਪਰ ਇਹ ਲੋਕ ਹਿੱਤਾਂ ਦੇ ਵਾਸਤੇ ਹੋਵੇ, ਇਹਨੂੰ ਵੰਡਣਾ ਕਿਵੇਂ ਆ। ਗੁਜ਼ਰਾਨ, ਔਰਤ ਦੇ ਵਾਸਤੇ ਉਹਨੇ ਕਿਹਾ ਕਿ ਗ੍ਰਸਤ ਜੀਵਨ ਜਿਹੜਾ ਐਡਾ ਮਹਾਨ ਹੈ, ਇਸ ਨੂੰ ਅਪਣਾਉਣਾ। ਪਰ ਸਭ ਤੋਂ ਉੱਪਰ ਜਿਹੜੀ ਗੱਲ ਗੁਰੂ ਸਾਹਿਬ ਨੇ ਕਹੀ ਕਿ ਤੇਰੀ ਫਕੀਰੀ, ਤੇਰੀ ਇਹ ਸਾਦਗੀ, ਤੇਰਾ ਇਹ ਜਪ ਤਪ ਪਾਠ ਪੂਜਾ, ਜੇ ਤੂੰ ਜੰਗਲਾਂ 'ਚ ਬੈਠਾ, ਪਹਾੜਾਂ 'ਚ ਬੈਠਾ, ਇਹ ਕਿਸੇ ਕੰਮ ਨਹੀਂ। ਲੋਕਾਂ 'ਤੇ ਜ਼ੁਲਮ ਹੋ ਰਹੇ ਆ, ਤੇ ਜੇ ਸੱਚਮੁੱਚ ਜ਼ੁਲਮ ਨੂੰ ਰੋਕਣਾ ਤਾਂ ਅੰਦਰ ਜੇ ਤੇਰੀ ਸਿਮਰਨ ਬੰਦ ਗਈ ਹੈ ਤਾਂ ਬਾਹਰ ਤੇਰੇ ਕੋਲੇ ਸ਼ਾਸਤਰ ਹੋਣੇ ਚਾਹੀਦੇ ਨੇ। ਉਹ ਵਿਅਕਤੀ ਵਾਪਸ ਮਹਾਰਾਸ਼ਟਰ ਗਿਆ, ਗੁਰੂ ਸਾਹਿਬ ਦੀ ਸ਼ਰਨ 'ਚ ਮਹੀਨੇ ਤੋਂ ਵੱਧ ਸਮਾਂ ਰਿਹਾ। ਉਹ ਉੱਥੇ ਜਾ ਕੇ ਉਸ ਨੇ ਆਪਣੀ ਆਮਦ ਨੂੰ ਲੋਕਾਂ ਨੂੰ ਪ੍ਰੇਰਿਤ ਕੀਤਾ, ਤੇ ਉਹਦੇ ਜਿਹੜੇ ਵਿਦਿਆਰਥੀ ਤੇ ਸ਼ਾਗਿਰਦ ਸੀ ਸ਼ਿਵਾਜੀ ਮਰਾਠਾ, ਉਹਨਾਂ ਦੇ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਉਹ ਤਲਵਾਰ ਜਿਹੜੀ ਗੁਰੂ ਸਾਹਿਬ ਤੋਂ ਲੈ ਕੇ ਗਿਆ, ਉਹਨਾਂ ਦੇ ਸ਼ਿਸ਼ਿਆਂ ਨੇ ਚੱਕੀ, ਤੇ ਉਹ ਤਲਵਾਰ ਐਕਚੁਅਲੀ ਗੁਰੂ ਹਰਗੋਬਿੰਦ ਸਾਹਿਬ ਦੀ ਬਖਸ਼ਿਸ਼ ਸੀ। ਸੋ ਇਸ ਤਰੀਕੇ ਨਾਲ ਸ਼ਾਗਿਰਦਾਂ ਦੇ ਸ਼ਾਗਿਰਦ ਇਹ ਮਰਾਠੇ ਫੌਜ ਦੇ ਲੋਕ ਸਨ ਜੋ ਗੁਰੂ ਸਾਹਿਬ ਤੋਂ ਸਪਿਰਿਟ ਮਿਲੀ। ਬਿਲਕੁਲ। ਸੋ ਬੰਦਾ ਸਿੰਘ ਬਹਾਦਰ ਨੇ ਉਹਨਾਂ ਮਹਾਰਾਸ਼ਟਰੀਅਨ ਜਿਹੜੇ ਸੀਗੇ ਗੁਰੀਲਾ, ਉਹਨਾਂ ਵਿੱਚੋਂ ਜਾ ਕੇ ਬਕਾਇਦਾ ਗੁਰੀਲਾ ਟ੍ਰੇਨਿੰਗ ਲਈ ਜੀ, ਔਰ ਉਹ ਗੁਰੀਲਾ ਯੋਧਾ ਸੀ ਉਹ ਜੀ, ਮਰਾਠਿਆਂ ਲਈ ਉਹਨੇ ਕੰਮ ਕੀਤਾ ਹੋਇਆ ਜੀ। ਸੋ ਗੁਰੂ ਸਾਹਿਬ ਨੂੰ, ਗੁਰੂ ਗੋਬਿੰਦ ਸਿੰਘ ਜੀ ਨੂੰ ਜਦੋਂ ਲੋੜ ਪਈ, ਪੰਜਾਬ 'ਚ ਕਾਫੀ ਨੁਕਸਾਨ ਹੋ ਚੁੱਕਾ ਸੀਗਾ, ਉਹਨਾਂ ਨੂੰ ਕੁਝ ਨਵੀਂ ਸਪਿਰਿਟ ਦੀ ਲੋੜ ਸੀ, ਨਵੇਂ ਚਿਹਰਿਆਂ ਦੀ ਲੋੜ ਸੀ, ਕੋਈ ਉਹਨਾਂ ਨੇ ਹੋਰ ਲੋਕਾਂ ਨੂੰ ਨਾਲ ਲੈ ਕੇ ਆਪਣੀ ਲੜਾਈ ਨੂੰ ਅੱਗੇ ਜਾਰੀ ਰੱਖਣਾ ਸੀ। ਸੋ ਉਸ ਵੇਲੇ ਉਹਨਾਂ ਨੂੰ ਕਿਸੇ ਦੱਸ ਪਾਈ, ਉਹਨਾਂ ਨੂੰ ਸੰਤ ਰਾਮਾਨੰਦ ਜੀ ਬਾਰੇ ਪਤਾ ਲੱਗਾ। ਰਾਜਸਥਾਨ ਤੋਂ ਆਪਣਾ ਉਹਨਾਂ ਨੇ ਪੁੱਛਾਂ ਲਈਆਂ, ਉੱਥੋਂ ਲੈ ਕੇ ਫਿਰ ਇਹ ਮਹਾਰਾਸ਼ਟਰ ਗਏ ਜੀ, ਬਕਾਇਦਾ ਦੀ ਪੈੜ ਕੱਢੀ ਜੀ। ਉਹਨਾਂ ਦੀ ਪਾਰਖੂ ਅੱਖ ਨੇ ਪਛਾਣ ਲਿਆ ਸੀ ਕਿ ਇਸ ਵਿਅਕਤੀ ਦੇ ਵਿੱਚ ਜਾਨ ਹੈ, ਬਿਲਕੁਲ ਇਹ ਸਾਡੇ ਕੰਮ ਦਾ ਬੰਦਾ। ਸੋ ਉਹਨੂੰ ਜਾ ਕੇ ਲੱਭਿਆ, ਉਹਦੇ ਨਾਲ ਵਾਰਤਾਲਾਪ ਕੀਤਾ, ਉਹਨੂੰ ਸਮਝਾਇਆ, ਉਹਨੂੰ ਪ੍ਰੇਰਿਆ, ਉਹਨੂੰ ਕਿਹਾ ਵਿਰਾਗ ਵਿੱਚੋਂ ਬਾਹਰ ਨਿਕਲ, ਸਮਾਂ ਇਸ ਗੱਲ ਦੀ ਮੰਗ ਕਰਦਾ ਕਿ ਅਸੀਂ ਜ਼ੁਲਮ ਦੇ ਖਿਲਾਫ ਲੜਨਾ। ਉਹ 'ਚ ਸਪਿਰਿਟ ਨਵੀਂ ਫੂਕੀ ਉਹਦੇ 'ਚ, ਉਹਨੂੰ ਵਿਰਾਗ 'ਚੋਂ ਬਾਹਰ ਕੱਢਿਆ, ਅੰਮ੍ਰਿਤ ਛਕਾਇਆ, ਗੁਰਬਖਸ਼ ਸਿੰਘ ਦਾ ਨਾਂ ਦਿੱਤਾ, ਨਵਾਂ ਨਾਂ ਦਿੱਤਾ। ਸੋ ਉਸ ਨੂੰ ਨਵਾਂ ਮਿਸ਼ਨ ਦੇ ਕੇ ਬਕਾਇਦਾ ਪੰਜਾਬ ਤੋਰਿਆ। ਇੱਥੇ ਸਿੱਖਾਂ ਨੂੰ ਮੈਸੇਜ ਵੀ ਲਾਏ ਗਏ ਕਿ ਉਹ ਆ ਰਿਹਾ, ਉਸਦਾ ਸਾਥ ਦਿਓ। ਸੋ ਹੁਕਮਨਾਮੇ ਜਾਰੀ ਕੀਤੇ ਗਏ। ਜਿੱਦਾਂ ਸਾਖੀਆਂ ਬਣਾਈਆਂ ਉਹ ਕੱਚੀਆਂ ਜੀਆਂ, ਉਹਦਾ 'ਚ ਕੋਈ ਸੱਚਾਈ ਨਹੀਂ ਹੈ, ਉਹ ਗੱਲਾਂ ਮੰਨਣਯੋਗ ਵੀ ਹੈ ਨਹੀਂ। ਬਿਲਕੁਲ ਬਿਲਕੁਲ। ਤੁਸੀਂ ਇਹ ਕਹੋ ਜੀ ਗੁਰੂ ਗੋਬਿੰਦ ਸਿੰਘ ਨੇ ਜਾ ਕੇ ਉਹਦਾ ਮਜ਼ਾਕ ਉਡਾਇਆ, ਉਹਦਾ ਮੰਜਾ ਉਲਟਾਤਾ, ਉੱਥੇ ਜਾ ਕੇ ਸ਼ਿਕਾਰ ਭੁੰਨਿਆ, ਇਹ ਗੱਲਾਂ ਜਿਹੜੀਆਂ ਗੁਰੂ ਸਾਹਿਬ ਇਸ ਕਿਸਮ ਦੀ ਸ਼ਖਸੀਅਤ ਨਹੀਂ ਸਨ। ਉਹਨਾਂ ਨੂੰ ਉਹਨਾਂ ਦੀ ਪਾਰਖੂ ਅੱਖ ਨੇ ਵੇਖ ਲਿਆ ਸੀ, ਇੱਕ ਵਿਅਕਤੀ ਕੰਮ ਦਾ ਹੈ, ਜਿਹਦੇ ਕੋਲ ਗੁਰੀਲਾ ਟ੍ਰੇਨਿੰਗ ਵੀ ਹੈ, ਔਰ ਜਿਹੜਾ ਪੁਰਾਣਾ ਨਾਤਾ ਸੰਤ ਰਾਮਾਨੰਦ ਦੇ ਥਰੂ ਤੇ ਗੁਰੂ ਹਰਗੋਬਿੰਦ ਸਾਹਿਬ ਦਾ, ਉਹ ਸਾਰਾ ਕੁਝ ਗੁਰੂ ਸਾਹਿਬ ਦੇ ਇਲਮ 'ਚ ਸੀਗਾ। ਉਹਨੂੰ ਬਕਾਇਦਾ ਜਦੋਂ ਪ੍ਰੇਰ ਕੇ ਪੰਜਾਬ ਤੋਰਿਆ, ਥਾਪੀ ਦੇ ਕੇ, ਤੇ ਇੱਕ ਮਿਸ਼ਨ ਦੇ ਕੇ ਤੋਰਿਆ, ਤੇ ਇੱਕ ਨਵਾਂ ਨਾਂ, ਨਵੀਂ ਪਛਾਣ ਦੇ ਕੇ ਤੋਰਿਆ। ਇਤਿਹਾਸ ਨਾਲ ਸਭ ਤੋਂ ਵੱਡਾ ਮਤਲਬ ਦਗਾ ਉਹ ਲੋਕ ਕਰ ਰਹੇ ਆ ਜਿਹੜੇ ਅੱਜ ਵੀ ਉਹਨੂੰ ਮਾਧੋ ਦਾਸ ਕਰਕੇ ਪ੍ਰਚਾਰਦੇ ਆ, ਔਰ ਉਸ ਤੋਂ ਵੱਡੇ ਧੋਖੇਬਾਜ਼ ਨੇ ਜਿਹੜੇ ਉਹਨੂੰ ਵਿਰਾਗੀ ਕਰਕੇ ਪ੍ਰਚਾਰਦੇ। ਜਦੋਂ ਵਿਰਾਗ 'ਚੋਂ ਬਾਹਰ ਆ ਹੀ ਗਿਆ, ਜਦੋਂ ਉਹਨੇ ਸ਼ਮਸ਼ੀਰੀ ਚੱਕਰੀ ਜ਼ੁਲਮ ਦੇ ਖਿਲਾਫ ਇੱਕ ਨਵਾਂ ਨਾਂ ਉਹਨੂੰ ਦਿੱਤਾ ਗਿਆ ਗੁਰੂ ਸਾਹਿਬ ਵੱਲੋਂ, ਉਸ ਤੋਂ ਬਾਅਦ ਤਾਂ ਇਹ ਸਭ ਤੋਂ ਭੈੜੀ ਗੱਲ ਹੋਊਗੀ ਕਿ ਤੁਸੀਂ ਉਸ ਨੂੰ ਅਜੇ ਵੀ ਮਾਧੋ ਦਾਸ ਕਹਿ ਕੇ ਬੁਲਾਓ, ਔਰ ਫਿਰ ਵਿਰਾਗੀ ਕਹਿ ਕੇ ਉਹਨੂੰ ਬੁਲਾਓ। ਸੋ ਮੈਂ ਸਮਝਦਾ ਗੁਰੂ ਸਾਹਿਬ ਦੀ ਫਿਲਾਸਫੀ ਨਾਲ ਵੀ ਇਹ ਇੱਕ ਤਰੀਕੇ ਨਾਲ ਉਹਨਾਂ ਨੂੰ ਵੀ ਪਿੱਠ ਦਿੱਤੀ ਗਈ ਹੈ। ਨਵਾਂ ਨਾਂ, ਨਵੀਂ ਸਪਿਰਿਟ। ਕੱਲ੍ਹ ਨੂੰ ਤੁਸੀਂ ਕਹੋਗੇ ਜੀ ਸਾਡੇ ਜਿਹੜਾ ਗੁਰੂ ਆਪਣਾ ਅੰਗਦ ਦੇਵ ਜੀ ਦੇਵੀ ਦੇ ਪੂਜਕ ਸੀਗੇ, ਕਿ ਅਸੀਂ ਉਹਨਾਂ ਨੂੰ ਉਸ ਰੂਪ 'ਚ ਵੇਖਦੇ? ਜਦੋਂ ਉਹਨਾਂ ਨੇ ਦਿਸ਼ਾ ਹੀ ਬਦਲ ਲਈ ਆਪਣੀ, ਉਹਨਾਂ ਨੇ ਤਰਜ਼ ਜ਼ਿੰਦਗੀ ਬਦਲ ਲਿਆ ਆਪਣਾ, ਉਹਨਾਂ ਨੇ ਇੱਕ ਨਵਾਂ ਰਾਹ ਚੁਣ ਲਿਆ ਗੁਰੂ ਨਾਨਕ ਦੇਵ ਜੀ ਦੇ ਪ੍ਰਭਾਵ ਥੱਲੇ ਆ ਕੇ, ਤੇ ਸਾਡੀ ਪਛਾਣ ਅਸੀਂ ਉਹਨਾਂ ਦੀ ਪਛਾਣ ਉਸ ਤਰੀਕੇ ਨਾਲ ਕਰਨੀ ਜਾਂ ਉਹਨਾਂ ਨੇ ਪੁਰਾਣੇ ਰੂਪ 'ਚ ਕਰਨੀ? ਬਿਲਕੁਲ ਇਹ ਗੱਲ ਸੋਚਣ ਵਾਲੀ ਹੈ ਜੀ। ਸੋ ਇਹ ਗੁਰੂ ਤੇਗ ਬਹਾਦਰ ਸਾਹਿਬ ਦਾ ਇੱਕ ਟਾਈਮ 'ਤੇ ਨਾਂ ਤਿਆਗਮਲ ਹੁੰਦਾ ਸੀਗਾ, ਪਰ ਤੇਗ ਬਹਾਦਰ ਕਿਵੇਂ ਪੈ ਗਿਆ? ਕਿਉਂਕਿ ਤੇਗ ਉਹਨਾਂ ਨੇ ਚਲਾਈ ਉੱਥੇ ਲੜਾਈ ਦੇ ਮੈਦਾਨ ਦੇ ਵਿੱਚ। ਅਸੀਂ ਉਹਨਾਂ ਦਾ ਹੁਣ ਪੁਰਾਣਾ ਰੂਪ ਵੇਖਣਾ ਕਿ ਨਵਾਂ ਵੇਖਣਾ ਜੀ? ਗੁਰੂ ਗੋਬਿੰਦ ਸਿੰਘ ਜੀ ਕਿਸੇ ਵੇਲੇ ਗੋਬਿੰਦ ਰਾਏ ਹੁੰਦੇ ਸੀਗੇ, ਜਦੋਂ ਉਹਨਾਂ ਨੇ ਅੰਮ੍ਰਿਤ ਛਕਾ ਕੇ ਖਾਲਸਾ ਸਜਾਇਆ ਤੇ ਆਪ ਵੀ ਪੌਲ ਛਕੀ ਹੈ। ਗੁਰੂ ਗੋਬਿੰਦ ਸਿੰਘ ਉਸ ਤੋਂ ਬਾਅਦ ਨਾਂ ਪੈ ਗਿਆ, ਅਸੀਂ ਅੱਜ ਉਹਨਾਂ ਨੂੰ ਗੋਬਿੰਦ ਰਾਏ ਵਜੋਂ ਜਾਣਾਂਗੇ? ਇਹ ਗੱਲਾਂ ਜਿਹੜੀਆਂ ਹੋ ਰਹੀਆਂ, ਇਹ ਬੇਇਨਸਾਫੀ ਹੈ, ਹਿਸਟਰੀ ਦੇ ਨਾਲ ਬਹੁਤ ਵੱਡਾ ਖਿਲਵਾੜ ਆ।
ਇਹ ਗੱਲ ਮੈਟਰ ਨਹੀਂ ਕਰਦੀ ਕਿ ਉਸਦਾ ਪਹਿਲਾਂ ਨਾਂ ਕੀ ਸੀਗਾ, ਪਹਿਲਾ ਰੂਪ ਉਸਦਾ ਕੀ ਸੀ। ਜਦੋਂ ਉਸਨੇ ਦਿਸ਼ਾ ਹੀ ਬਦਲ ਲਈ ਆਪਣੀ, ਉਸਨੇ ਗੁਰੂ ਸਾਹਿਬ ਤੋਂ ਅੰਮ੍ਰਿਤ ਛਕ ਕੇ ਇੱਕ ਨਵਾਂ ਨਾਂ ਲੈ ਲਿਆ, ਨਵਾਂ ਸੰਕਲਪ ਲੈ ਲਿਆ, ਤਾਂ ਇਤਿਹਾਸ ਨਾਲ ਇਨਸਾਫ ਇਹੀ ਹੋਊਗਾ ਕਿ ਉਸ ਨੂੰ ਉਸੇ ਰੂਪ 'ਚ ਪੇਸ਼ ਕੀਤਾ ਜਾਵੇ। ਗੁਰਪ੍ਰੀਤ ਸਿੰਘ ਜੀ, ਇਹ ਜਿਹੜੀ ਸਾਰਿਆਂ ਤੋਂ ਵੱਡੀ ਗੱਲ ਜਿਹੜੀ ਨਿਚੋੜ ਰੂਪ ਦੇ ਵਿੱਚ ਤੁਸੀਂ ਇਹ ਕੀਤੀ ਹੈ ਕਿ ਜਦੋਂ ਵੀ ਇਤਿਹਾਸ ਦੇ ਵਿੱਚ ਨਿਰੰਤਰਤਾ ਦੇ ਵਿੱਚ ਵਿਕਾਸ ਹੋਇਆ, ਤੇ ਵਿਕਾਸ ਦੇ ਉਸ ਰੂਪ ਦੇ ਵਿੱਚ ਜਿਹੜਾ ਅਖੀਰ ਨੂੰ ਸਾਡੇ ਸਾਹਮਣੇ ਆਇਆ, ਉਹ ਸਾਡੀ ਜਿਹੜੀ ਹੈ ਯਾਦ ਕਰਨ ਦੇ ਵਾਸਤੇ ਪ੍ਰਾਪਤੀ ਹੈ, ਜਾਂ ਉਹੀ ਅਸਲ ਦੇ ਵਿੱਚ ਸਾਡਾ ਮਨੋਰਥ ਹੈ। ਹੁਣ ਬੰਦਾ ਸਿੰਘ ਬਹਾਦਰ ਜਦੋਂ ਉਹ ਵੈਰਾਗੀ ਪੁਣਾ ਛੱਡ ਦਿੱਤਾ, ਉਸਨੇ ਜਿਹੜਾ ਮਾਧੋ ਦਾਸ ਸੀ ਉਹਦਾ ਇੱਕ ਇਤਿਹਾਸ ਜੋ ਪਿਛਲਾ ਸੀ ਕਿ ਉਹ ਕਿਵੇਂ ਵੈਰਾਗੀ ਹੋਇਆ, ਕਿਵੇਂ ਉਹਨੇ ਦੇਖਿਆ, ਕਿਵੇਂ ਉਹਦੇ ਅੰਦਰ ਕਰੁਣਾ ਪੈਦਾ ਹੋਈ, ਉਹ ਸਾਰੀਆਂ ਗੱਲਾਂ ਨੂੰ ਗੁਰੂ ਸਾਹਿਬ ਨੇ ਸਵਾਰ ਕੇ ਸਾਫ਼ ਕਰਕੇ ਉਹਨੂੰ ਮਨ ਨੂੰ ਸਪਸ਼ਟ ਕਰ ਦਿੱਤਾ ਕਿ ਜ਼ੁਲਮ ਜਦੋਂ ਹੋਵੇ ਤਾਂ ਤੇਰਾ ਫਰਜ਼ ਜ਼ੁਲਮ ਦੇ ਖਿਲਾਫ ਲੜਨਾ, ਨਾ ਕਿ ਇਹ ਤੇਰਾ ਜਿਹੜਾ ਵਿਰਾਗ ਆ ਇਹ ਦੁਨੀਆ ਦੇ ਵਾਸਤੇ ਕੋਈ ਅਸਰ ਰੱਖਦਾ। ਇਸ ਤਰ੍ਹਾਂ ਪਹਾੜਾਂ 'ਚ ਲੁੱਕ ਕੇ ਬੈਠ ਜਾਣਾ ਜਾਂ ਹੋਰ ਹੈ। ਗੁਰੂ ਨਾਨਕ ਸਾਹਿਬ ਨੇ ਜਿੱਦਣ ਸਿੱਧਾਂ ਨੂੰ ਇਹ ਗੱਲ ਕਹੀ ਸੀ, ਸਿੱਧ ਛੁਪ ਬੈਠੇ ਪਰਬਤੀ, ਭਾਈ ਗੁਰਦਾਸ ਜੀ ਵਾਰ-ਵਾਰ ਇਸ ਨੂੰ ਲਿਖਦੇ ਨੇ, ਤੇ ਗੁਰੂ ਸਾਹਿਬ ਨੇ ਸਿੱਧਾਂ ਨੂੰ ਸੰਬੋਧਿਤ ਕਰਕੇ ਕਿਹਾ ਕਿ ਦੁਨੀਆ ਨੂੰ ਪਾਰੋ ਤਾਰਾ ਕੌਣ ਕਰੂਗੇ? ਤੁਸੀਂ ਆਪਣੇ ਆਪ ਨੂੰ ਬੜੇ ਅਧਿਆਤਮਿਕ ਮੁਖੀ ਮੰਨਦੇ ਹੋ, ਜ਼ੁਲਮ ਹੋ ਰਿਹਾ, ਕਿਤੇ ਲੋਕਾਂ ਦੇ ਹੱਕ ਖੋਏ ਜਾ ਰਹੇ ਨੇ, ਤੇ ਤੁਹਾਡੀ ਇਹ ਬੰਦਗੀ ਕਿਸ ਅਰਥ ਹੈ? ਗੁਰੂ ਸਾਹਿਬ ਨੇ ਕੱਲੇ ਨੂੰ ਸੇਧਿਤ ਕੀਤਾ, ਤੇ ਉਹ ਸਿੱਧ ਜਿਹੜੇ ਸਨ ਜਾਂ ਇਸ ਤਰ੍ਹਾਂ ਦੇ ਬਾਕੀ ਜਿੰਨੇ ਕਰੈਕਟਰ ਸਨ ਗੁਰੂ ਸਾਹਿਬ ਦੇ ਜੀਵਨ 'ਚ ਜਿੰਨੇ ਵੀ ਆਏ, ਉਹ ਜਿਹੜੀ ਗੱਲ ਗੁਰੂ ਸਾਹਿਬ ਨੇ ਉਦੋਂ ਆਰੰਭ ਕੀਤੀ, ਹਰ ਗੁਰੂ ਸਾਹਿਬਾਨ ਨੇ ਉਸ ਨੂੰ ਚਲਾਇਆ, ਤੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਜੀਵਨ ਬਦਲ ਕੇ ਇਹੀ ਕਹਿਤਾ ਕਿ ਵੈਰਾਗ ਕਿਸੇ ਅਰਥ ਨਹੀਂ ਹੈ, ਕਿ ਹੁਣ ਤੇਰੇ ਵਾਸਤੇ ਫਰਜ਼ ਹੈ ਜ਼ੁਲਮ ਦੇ ਖਿਲਾਫ ਲੜਨਾ। ਦੇਖੋ ਉਹੀ ਗੱਲ ਫਿਰ ਉੱਥੇ ਆ ਗਈ, ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਇਹ ਗੱਲ ਚੱਲਦੀ ਆ ਰਹੀ। ਉਹਨਾਂ ਨੇ ਵੀ ਜਾ ਕੇ ਥਾਂ ਤੇ ਜਿਹੜੇ ਵਿਰਾਗ ਲੈ ਕੇ ਬੈਠੇ ਸੀ ਕੰਦਰਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਹਲੂਣਾ ਦਿੱਤਾ ਕਿ ਸਮਾਜ ਵਿੱਚ ਇੰਨਾ ਕੁਝ ਮਾੜਾ ਹੋ ਰਿਹਾ, ਤੁਸੀਂ ਆਪਣੇ ਇੱਥੇ ਆ ਕੇ ਬਹਿ ਗਏ ਹੋ, ਤੁਹਾਨੂੰ ਚਾਹੀਦਾ ਉੱਥੇ ਜਾ ਕੇ ਲੋਕਾਂ ਵਿੱਚ ਵਿਚਰੋ, ਆਪਣੇ ਫਰਜ਼ ਪਛਾਣੋ। ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਗੱਲ ਚੱਲਦੀ ਆ ਰਹੀ ਹੈ। ਜੀ ਗੁਰੂਆਂ ਨੇ ਕਦੇ ਵਿਰਾਗ ਨਹੀਂ ਲਿਆ, ਨਾ ਵਿਰਾਗ ਦਾ ਰਸਤਾ ਤੇ ਜਾਣ ਲਈ ਲੋਕਾਂ ਨੂੰ ਪ੍ਰੇਰਿਆ। ਸੋ ਬੰਦਾ ਸਿੰਘ ਬਹਾਦਰ ਨੂੰ ਵੀ ਉਸ ਵਿਰਾਗ ਚੋਂ ਕੱਢਣਾ ਗੁਰੂ ਸਾਹਿਬ ਦੇ ਉਸ ਆਸ਼ੇ ਦਾ ਇੱਕ ਹਿੱਸਾ ਸੀ। ਸੋ ਇਹ ਜਿਹੜੀ ਜਦੋਂ ਉਹਨਾਂ ਨੇ ਨਵਾਂ ਚੁਣ ਲਿਆ, ਹੁਣ ਜਿਹੜੇ ਆਹ ਲੋਕ ਨਵੀਆਂ ਗੜਬੜਾਂ ਪੈਦਾ ਕਰ ਰਹੇ ਜਿਹੜੇ ਉਹਨੂੰ ਇਸ ਤਰੀਕੇ ਦੀ ਪੇਸ਼ਕਾਰੀ ਕਰ ਰਹੇ ਕਿ ਹਿੰਦੂ ਰਾਜ ਸਥਾਪਿਤ ਕਰਨ ਦੀ ਉਸਦੀ ਕੋਸ਼ਿਸ਼ ਸੀ, ਮਤਲਬ ਕਹਿਣ ਦਾ ਕਿ ਇਸ ਤੋਂ ਵੱਡਾ ਧਰੋਹ ਹੋਰ ਕੀ ਹੋਊਗਾ ਇਤਿਹਾਸ ਨਾਲ। ਬਿਲਕੁਲ, ਉਹ ਤਾਂ ਪਹਿਲੀ ਗੱਲ ਹੈ ਕਿ ਸਿੱਖ ਰਾਜ ਤਾਂ ਇਸ ਕਰਕੇ ਸੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਸੰਕਲਪ ਨੂੰ ਲੈ ਕੇ ਉਹ ਚੱਲਿਆ। ਬਿਲਕੁਲ, ਔਰ ਉਹ ਸੈਕੂਲਰ ਵੀ ਸੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਖੁਦ ਸੈਕੂਲਰ ਹੈ ਜੀ। ਸੋ ਉਹ ਸਪਿਰਿਟ ਨੂੰ ਅੱਗੇ ਲੈ ਕੇ ਚੱਲਿਆ ਜੀ। ਔਰ ਲੜਾਈ ਉਹਦੀ ਕਦੇ ਵੀ ਕਿਸੇ ਮੁਸਲਮਾਨ ਨਾਲ ਨਹੀਂ ਸੀਗੀ, ਇਸਲਾਮ ਨਾਲ ਨਹੀਂ ਸੀਗੀ, ਇੱਕ ਸਟੇਟ ਦੇ ਨਾਲ ਟੱਕਰ ਸੀ ਸਿੱਧੇ ਤੌਰ ਤੇ, ਜਾਬਰ ਸਟੇਟ ਦੇ ਨਾਲ। ਪਰ ਜਿਹੜੇ ਲੋਕ ਇਹ ਗੱਲਾਂ ਕਰਦੇ ਨੇ ਕਿ ਹਿੰਦੂ ਰਾਜ ਦੀ ਗੱਲ ਜਾਂ ਉਸ ਨੂੰ ਇੱਕ ਹਿੰਦੂ ਜਿਹੜੀ ਸੰਸਕ੍ਰਿਤੀ ਦਾ ਇੱਕ ਪਨੀਰੀ ਬਣਾ ਕੇ ਪੇਸ਼ ਕਰਨਾ ਸਿੱਖਾਂ ਨੂੰ, ਉਹਨਾਂ ਨੂੰ ਇਹ ਗੱਲ ਜਾਣ ਲੈਣੀ ਚਾਹੀਦੀ। ਗੁਰੂ ਨਾਨਕ ਦੇਵ ਜੀ ਨੇ ਜਦੋਂ ਸ਼ੁਰੂ ਵਿੱਚ ਐਲਾਨ ਕੀਤਾ ਸੀ ਨਾ ਹਮ ਹਿੰਦੂ ਨਾ ਮੁਸਲਮਾਨ, ਬਿਲਕੁਲ ਉਹਨਾਂ ਨੇ ਆਪਣਾ ਰਾਹ ਦੱਸਤਾ ਸੀ, ਸਾਡਾ ਰਾਹ ਵੱਖਰਾ ਆ। ਫਿਰ ਜੰਜੂ ਪਹਿਨਣ ਤੋਂ ਉਹਨਾਂ ਨੇ ਨਾ ਕੀਤੀ ਹੈ। ਜ਼ਾਤ ਪਾਤ ਦੇ ਜਿਹੜਾ ਸੰਕਲਪ ਬਣਿਆ ਹੋਇਆ ਉਸ ਨੂੰ ਉਹਨਾਂ ਨੇ ਰੱਦ ਕੀਤਾ, ਔਰ ਅਖੀਰ ਤੱਕ ਗੁਰੂ ਜਿੰਨੇ ਵੀ ਸਾਡੇ ਗੁਰੂ ਰਹੇ ਨੇ ਉਸ ਦੇ ਖਿਲਾਫ ਰਹੇ ਨੇ। ਬਿਲਕੁਲ, ਸਗੋਂ ਉਸ ਵਿੱਚ ਹੋਰ ਸੁਧਾਰ ਹੋਇਆ ਜੀ। 5 ਪਿਆਰੇ ਜਦੋਂ ਸਾਜੇ ਗਏ, ਜਦੋਂ 5 ਪਿਆਰੇ ਸਾਜ ਦਿੱਤੇ ਗਏ, ਕੱਲ੍ਹ ਨੂੰ ਤੁਸੀਂ ਕਹੋ ਜੀ ਹੁਣ ਮੈਂ ਜਿਹੜਾ ਦਇਆ ਸਿੰਘ ਜਾਂ ਧਰਮ ਸਿੰਘ ਦੇ ਨਾਂ ਵੀ ਜਿਹੜੇ ਪੁਰਾਣੇ ਨਾਂ ਰੱਖ ਦਈਏ ਆਪਾਂ, ਕੋਈ ਜਾਟ ਸੀਗਾ, ਕੋਈ ਖੱਤਰੀ ਸੀ, ਇਹਦਾ ਕੋਈ ਸੈਂਸ ਨਹੀਂ ਬਣਨ ਦੀ ਗੱਲ ਦੀ। ਉਹਨਾਂ ਨੇ ਨਵਾਂ ਨਾਂ, ਨਵੇਂ ਨਾਂ, ਨਵੀਂ ਪਛਾਣ ਦੇਤੀ, ਜ਼ਾਤ ਪਾਤ ਨੂੰ ਮਿਟਾਤਾ ਆਪਣੇ ਵੱਲੋਂ, ਤੇ ਗੱਲ ਉੱਥੇ ਨਿਬੜ ਜਾਂਦੀ ਹੈ। ਉਸ ਤੋਂ ਬਾਅਦ ਤੁਸੀਂ ਇਹ ਕਹੋ ਜੀ ਉਸ ਨੂੰ ਆਪਣੇ ਵਿਰਾਟ ਹਿੰਦੂ ਸਮਾਜ ਨਾਲ ਜੋੜਨ ਦੀ ਕੋਸ਼ਿਸ਼ ਕਰੋ, ਇਹ ਵੈਸੇ ਹੀ ਨਾ ਇਨਸਾਫੀ ਹੈ ਜੀ। ਜਦੋਂ ਉਹਨਾਂ ਨੇ ਤੁਹਾਡੇ ਜਿਹੜਾ ਹਿੰਦੂ ਫਿਲਸਫੇ ਨੂੰ ਸਮੁੱਚਤਾ ਵਿੱਚ ਰੱਦ ਕਰ ਦਿੱਤਾ ਕਿ ਨਾ ਅਸੀਂ ਜ਼ਾਤ ਪਾਤ ਮੰਨਦੇ ਹਾਂ, ਨਾ ਅਸੀਂ ਬੁੱਤ ਪੂਜਕ ਹਾਂ, ਫਿਰ ਤਾਂ ਇਹਨਾਂ ਗੱਲਾਂ ਦਾ ਕੋਈ ਸੈਂਸ ਨਹੀਂ ਬਣਦੀ ਨਾ। ਇਹ ਵਿਰਾਗ ਜਿਸ ਕਿਸਮ ਦਾ ਇਹ ਜਿਹੜਾ ਲੈ ਕੇ ਪਹਿਲਾਂ ਬੈਠੇ ਸੀ, ਜਿਹਦੇ ਕਾਰਨ ਉਹ ਉਸ ਦੀ ਪਛਾਣ ਨੂੰ ਜਿਹੜਾ ਢਾਹ ਲੱਗੀ ਹੋਈ ਸੀ ਉਸ ਨੂੰ ਤਾਂ ਸਾਫ਼ ਕਰ ਦਿੱਤਾ ਗੁਰੂ ਸਾਹਿਬ ਨੇ, ਉਹ ਤਾਂ ਕੱਢਿਆ। ਬਲਕਿ ਬਿਲਕੁਲ ਉਦਣ ਸਤਿਗੁਰ ਕੇ ਜਨਮੇ ਗਵਨ ਮਿਠਾਇਆ, ਜਿੱਦਣ ਗੁਰੂ ਦੇ ਘਰੇ ਉਹਦਾ ਜਨਮ ਹੋਇਆ, ਐਕਚੁਅਲ ਉਦੋਂ ਤੋਂ ਸਾਡਾ ਉਹਦੇ ਨਾਲ ਸੰਬੰਧ ਹੈ। ਉਦੋਂ ਪਿਛਲਾ ਜੋ ਸੀ ਉਹ ਗਿਆ ਗੁਜ਼ਰਿਆ, ਪਰ ਜੋ ਉਸ ਤੋਂ ਬਾਅਦ ਉਹਨੇ ਰੈਵੋਲੂਸ਼ਨ ਲਿਆਂਦਾ, ਦੁਨੀਆ ਨੂੰ ਇੱਕ ਰਾਹ ਦੱਸਿਆ ਕਿ ਰਾਜ ਕਿਵੇਂ ਕਰਨਾ ਹੈ। ਰਾਜ ਦੇ ਵਿੱਚ ਜਿਹੜਾ ਪ੍ਰਜਾਤੰਤਰ, ਲੋਕਤੰਤਰ, ਲੋਕ ਰਾਜ ਕੀ ਹੁੰਦਾ, ਜਦ ਕਿ ਲੋਕ ਰਾਜ ਤਾਂ ਪਹਿਲਾਂ ਹੈ ਹੀ ਨਹੀਂ ਸੀ। ਜੇ ਦੇਖੀਏ ਅਲੱਗ-ਅਲੱਗ ਕਿਸਮ ਦੇ ਜਿਹੜੇ ਡਿਕਟੇਟਰਸ਼ਿਪ ਕਹਿ ਲਓ ਜਾਂ ਕਿੰਗਸ਼ਿਪ ਜਿਸ ਕਿਸਮ ਦੀ ਚੱਲਦੀ ਸੀ, ਉਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਐਕਚੁਅਲ ਜਿਹੜੀ ਦੁਨੀਆ ਦੇ ਅੱਜ ਸੰਸਾਰ ਦੇ ਵਿੱਚ ਲੋਕ ਰਾਜ ਦੀ ਪਹੁੰਚ ਸਹੀ ਬਣਨੀ ਚਾਹੀਦੀ ਹੈ, ਜਿਹਦੇ 'ਚ ਕੋਈ ਇਸ ਤਰ੍ਹਾਂ ਦਾ ਧੱਕੇਸ਼ਾਹੀ ਜ਼ੁਲਮ ਨਾ ਹੋਵੇ, ਉਹਦਾ ਇੱਕ ਵੱਖਰਾ ਨਿਵੇਕਲਾ ਸੰਕਲਪ ਪੇਸ਼ ਕੀਤਾ। ਬਿਲਕੁਲ। ਸੋ ਜੇ ਹਿੰਦੂ ਰਾਜ ਦੀ ਜਿਹੜੀ ਗੱਲ ਕਰਦੇ ਆ, ਹਿੰਦੂ ਰਾਜ ਦੇ ਲੱਛਣ ਤੁਸੀਂ ਵੇਖ ਲਓ ਕੀ ਨੇ ਇਸ ਵੇਲੇ। ਦਲਿਤਾਂ ਦੇ ਹਮਲੇ ਤਿੱਖੇ ਹੋਏ ਨੇ, ਮਨੂ ਸਮ੍ਰਿਤੀ ਦੀ ਉਹ ਗੱਲ ਕਰਦੇ ਨੇ, ਘੱਟ ਗਿਣਦੇ ਨੇ ਉਹ ਹਮਲੇ ਕਰ ਰਹੇ ਨੇ। ਕੀ ਬੰਦਾ ਸਿੰਘ ਬਹਾਦਰ ਦਾ ਰਾਜ ਇਹੋ ਜਿਹਾ ਸੀਗਾ?
ਜੇ ਬੰਦਾ ਸਿੰਘ ਬਹਾਦਰ ਰਾਜ ਇਹੋ ਜਿਹਾ ਹੁੰਦਾ ਤੇ ਨਾਕਸ਼ਬੰਦੀਆਂ ਦੇ ਜਿਹੜੀ ਪੁਰਾਣੀਆਂ ਇਮਾਰਤਾਂ ਨੇ ਉਹਦਾ ਕੋਈ ਨਾਮੋ ਨਿਸ਼ਾਨ ਨਹੀਂ ਸੀ ਹੋਣਾ। ਇਹ ਗੱਲ ਸੋਚਣ ਵਾਲੀ। ਜਿੰਨੇ ਵੀ ਬਾਅਦ ਈਵਨ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵੀ ਮੁਸਲਮਾਨਾਂ ਦਾ ਵਾਲ ਨਹੀਂ ਵਿੰਗਾ ਹੋਇਆ ਜੀ। ਮਨੂ ਸਮ੍ਰਿਤੀ ਨੂੰ ਲਾਗੂ ਕਰਨ ਵਾਲੇ ਇਹ ਕਿਹੜੇ ਮੂੰਹ ਨਾਲ ਕਹਿੰਦੇ ਨੇ ਕਿ ਉਹ ਹਿੰਦੂ ਰਾਜ ਬਣਾਉਣ ਦਾ ਉਹਨਾਂ ਦਾ ਮਿਸ਼ਨ ਸੀਗਾ। ਉਹਨਾਂ ਦੇ ਜਦੋਂ ਜ਼ਾਤ ਪਾਤ ਦੇ ਕੋਡ ਨੂੰ ਉਹਨਾਂ ਨੇ ਦੁਤਕਾਰਤਾ, ਰੱਦ ਕਰਤਾ, ਗੱਲ ਖਤਮ ਹੋ ਗਈ ਜੀ। ਪਰ ਮੈਂ ਸਮਝਦਾ ਕਿ ਜਿੱਥੇ ਤਾਂ ਇਹ ਲੋਕ ਨੇ ਜਿਹੜੇ RSS ਪੱਖੀ, ਜਿਨ੍ਹਾਂ ਦਾ ਤਾਂ ਕੰਮ ਇਹੀ ਰਿਹਾ, ਉਹਨਾਂ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਸਾਡੇ ਗੁਰੂ ਨੇ ਸਭ ਨੂੰ ਉਹਨਾਂ ਨੇ ਹਿੰਦੂਤਵ ਦੇ ਏਜੰਡੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ ਜੀ। ਗੁਰੂ ਗੋਬਿੰਦ ਸਿੰਘ ਜੀ ਨੂੰ ਤਾਂ ਇਸ ਤਰੀਕੇ ਨਾਲ ਫਿੱਟ ਕਰਨ ਦੀ ਕੋਸ਼ਿਸ਼ ਕੀਤੀ ਆਪਣੇ ਏਜੰਡੇ ਵਿੱਚ ਕਿ ਜਿਵੇਂ ਉਹ ਗਊ ਗਰੀਬ ਦੇ ਰਾਖੇ ਸੀ, ਤੇ ਕਿਉਂਕਿ ਉਹ ਜਿਹੜਾ ਗਾਈਆਂ ਮਾਰਨ ਦੇ ਹੱਕ ਵਿੱਚ ਨਹੀਂ ਸੀਗੇ, ਸੋ ਉਹਨਾਂ ਨੂੰ ਗਊ ਦਾ ਰਾਖਾ ਬਣਾ ਦਿੱਤਾ ਗਿਆ। ਔਰ ਇੱਥੋਂ ਤੱਕ ਵੀ ਲਿਖਿਆ ਗਿਆ ਕਈ ਥਾਵਾਂ ਤੇ ਕਿ ਉਹਨਾਂ ਨੇ ਆਪਣੇ ਖੱਤਰੀ ਧਰਮ ਦਾ ਪਾਲਣ ਕੀਤਾ। ਕਮਾਲ ਦੀ ਗੱਲ ਹੈ। ਗੁਰੂ ਗੋਬਿੰਦ ਸਿੰਘ ਜੀ ਜਦੋਂ ਆਪਣੇ ਆਪ ਨੂੰ ਉਹਨਾਂ ਨੇ ਨਵੀਂ ਪਛਾਣ ਦੇਤੀ, ਜਦੋਂ ਉਹਨਾਂ ਨੇ ਪੌਲ ਛੱਕ ਕੇ ਗੁਰੂ ਗੋਬਿੰਦ ਸਿੰਘ ਬਣ ਗਏ, ਇਸ ਗੱਲ ਦਾ ਕੀ ਸੈਂਸ ਬਣਦੀ ਕਿ ਉਹਨਾਂ ਨੇ ਆਪਣੇ ਖੱਤਰੀ ਧਰਮ ਦਾ ਪਾਲਣ ਕੀਤਾ। ਫਿਰ ਜਿਸ ਕਿਸਮ ਦੀਆਂ ਸਾਖੀਆਂ ਬਣਾ ਕੇ ਉਹਨਾਂ ਨੂੰ ਅਵਤਾਰ ਬਣਾ ਕੇ ਪੇਸ਼ ਕੀਤਾ ਗਿਆ। ਬਿਲਕੁਲ ਰਾਮ ਲਕਸ਼ਮਣ ਨਾਲ ਜੋੜਿਆ ਗਿਆ, ਲਵ ਕੁਸ਼ ਨਾਲ ਜੋੜਿਆ ਗਿਆ। ਇਹ ਗੱਲਾਂ ਜਿਹੜੀਆਂ ਨੇ ਕੱਚੀਆਂ ਗੱਲਾਂ ਨੇ ਵਧੀਆਂ, ਔਰ ਇਤਿਹਾਸ ਤੋਂ ਵਿਗਾੜ ਕੇ ਪੇਸ਼ ਕੀਤਾ ਜਾ ਰਿਹਾ। ਪਰ ਮੈਂ ਸਮਝਦਾ ਕੁਝ ਹੋਰ ਵੀ 94 ਜਿਹੜੇ ਕਸੂਰਵਾਰ ਨੇ ਜੀ। ਔਰ ਉਹ ਕੌਣ ਨੇ ਜਿਹੜੇ ਪੰਜਾਬ 'ਚ ਬੈਰਾਗੀ ਮੰਡਲ ਬਣਾ ਕੇ ਬੈਠੇ? ਕੋਈ ਕਾਂਗਰਸ ਨਾਲ ਰਲਿਆ ਹੋਇਆ? ਕੋਈ ਪੁੱਛੋ ਵੀ ਤੁਸੀਂ ਹੁੰਦੇ ਕੌਣ ਬੰਦਾ ਸਿੰਘ ਬਹਾਦਰ ਦੇ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਵਾਲੇ? ਉਸ ਉਲਟਾ ਮੈਂ ਸਵਾਲ ਇਹ ਕਰਨਾ ਚਾਹੁੰਦਾ ਉਹਨਾਂ ਲੋਕਾਂ ਨੂੰ ਕਿ ਜੇ ਤੁਸੀਂ ਵਾਕਈ ਬੰਦਾ ਸਿੰਘ ਬਹਾਦਰ ਦੇ ਕੁਝ ਲੱਗਦੇ ਹੋ ਤੇ ਤੁਹਾਡੇ ਰਾਜ ਪ੍ਰਬੰਧ ਹੇਠਾਂ ਜਿਹੜੇ ਬੇਜ਼ਮੀਨੇ ਕਿਸਾਨਾਂ ਉਹਨਾਂ ਦੀ ਹਾਲਤ ਕਿਹੋ ਜਿਹੀ ਰਹੀ ਹੈ? ਤੁਸੀਂ ਤਾਂ ਇਹੋ ਜਿਹੇ ਕਾਨੂੰਨ ਲੈ ਕੇ ਆਏ, ਜ਼ਮੀਨਾਂ ਖੋ ਕੇ ਵੱਡੀਆਂ ਕਾਰਪੋਰੇਸ਼ਨਾਂ ਨੂੰ ਦੇ ਰਹੇ ਹੋ। ਤੁਹਾਡੀਆਂ ਪਾਰਟੀਆਂ ਦੇ ਰਾਜ ਵਿੱਚ ਆਦੀਵਾਸੀਆਂ ਦੀਆਂ ਜ਼ਮੀਨਾਂ ਲੁੱਟੀਆਂ ਜਾ ਰਹੀਆਂ, ਉਹਨਾਂ ਨੂੰ ਬੇਦਖਲ ਕੀਤਾ ਜਾ ਰਿਹਾ। ਇਹ ਬੰਦਾ ਸਿੰਘ ਬਹਾਦਰ ਦਾ ਫਿਲਾਸਫੀ ਤਾਂ ਨਹੀਂ ਨਾ ਹੋ ਸਕਦੀ। ਸਾਰਾ ਕੁਝ ਉਸ ਦੀ ਸੋਚ ਤੋਂ ਉਲਟ ਹੋ ਰਿਹਾ। ਜਿਹੜੀ ਗੁਰਪ੍ਰੀਤ ਸਿੰਘ ਜਿਹੜੀ ਖਾਸ ਗੱਲ ਇਹੋ ਜਿਹੇ ਪੰਜਾਬ ਦੇ ਵਿੱਚ ਇੱਕ ਬੈਰਾਗੀ ਮੰਡਲ ਬਣਾ ਕੇ ਕਦੇ ਕਾਂਗਰਸ ਵੇਲੇ ਚੇਅਰਮੈਨੀਆਂ ਲੈਣੀਆਂ, ਕਦੇ ਭੇਸ ਵਟਾ ਲੈਣਾ, ਇਹੋ ਜਿਹੇ ਲੋਕ ਬਹੁਤ ਸਾਰੇ ਸਾਡੇ ਲੋਕ ਉਹਨੂੰ ਸਾਹਿਤਕਾਰ ਵੀ ਪ੍ਰਮੋਟ ਕਰਦੇ ਨੇ। ਇਹੋ ਜਿਹੇ ਲੋਕਾਂ ਨੂੰ ਇਹੋ ਜਿਹੇ ਕਾਂਗਿਆਰੀ ਜਿਹੜੀ ਹੈ ਪੰਜਾਬ ਦੇ ਨਾਲ ਹਰਿਆਣੇ ਦੇ ਵਿੱਚ ਵੀ ਹੈ। ਹਰਿਆਣੇ ਦਾ ਮੁੱਖ ਮੰਤਰੀ ਇਹ ਦਾਅਵਾ ਕਰਦਾ ਹੈ ਕਿ ਜਦੋਂ ਬੰਦਾ ਸਿੰਘ ਬਹਾਦਰ ਨੇ ਲੋਕਾਂ ਨੂੰ ਇਕੱਠਿਆਂ ਕੀਤਾ ਜ਼ੁਲਮ ਦੇ ਖਿਲਾਫ, ਤੇ ਮੇਰੇ ਪੂਰਵਜ ਜਿਹੜੇ ਸੀ ਉਹ ਵੀ ਉਹਦੇ ਵਿੱਚ ਸ਼ਾਮਲ ਸਨ, ਜਿਨ੍ਹਾਂ ਨੇ ਆਪਣਾ ਸਾਰਾ ਕੁਝ ਵਾਰ ਦਿੱਤਾ। ਵੀ ਜੇ ਤੁਸੀਂ ਬਚੇ ਹੋ ਇਹਦਾ ਮਤਲਬ ਸਾਰਾ ਕੁਝ ਨਹੀਂ, ਕੋਈ ਨਾ ਕੋਈ ਬਚਿਆ ਸੀ, ਤਾਂ ਹੀ ਤਾਂ ਤੁਸੀਂ ਹੋ ਜੇ ਤੁਹਾਡੇ ਪੂਰਵਜ ਸੀ। ਦੂਸਰੀ ਗੱਲ ਇਹ ਹੈ ਕਿ ਉਹਨੇ ਖਾਸ ਇੱਕ ਕਿਸਮ ਦਾ ਨਾ ਇਹੋ ਜਿਹਾ ਜਿਹੜਾ ਤਾਕਤ ਪਲੇ ਕੀਤੀ, ਜਿਹੜੀ ਕਿ ਬੰਦਾ ਬੈਰਾਗੀ ਨਾਂ ਦੇ ਉੱਪਰ ਇੰਸਟੀਚਿਊਟ ਦਾ ਨਾਂ ਕਾਇਮ ਕਰਨਾ, ਬੰਦਾ ਬੈਰਾਗੀ ਨਾਂ ਰੱਖ ਕੇ ਬੈਰਾਗੀ ਸੰਸਥਾ, ਬੈਰਾਗੀ ਜਥੇਬੰਦੀ, ਉਸ ਬੈਰਾਗੀ ਨੂੰ ਬੇਸ ਬਣਾ ਕੇ ਹਰਿਆਣੇ ਦੇ ਵਿੱਚ ਨੈਸ਼ਨਲ ਲੈਵਲ ਦਾ ਜਿਹੜਾ ਪ੍ਰੋਗਰਾਮ ਕੀਤਾ ਗਿਆ। ਜਦੋਂ ਇਹ ਗੱਲਬਾਤ ਹੋਈ ਤਾਂ ਲੋਕਾਂ ਦੇ ਮਨਾਂ 'ਚ ਸਵਾਲ ਪੈਦਾ ਹੋਏ ਕਿ ਇਸ ਗੱਲ ਦੇ ਵਿੱਚ ਜਿਸ ਤਰ੍ਹਾਂ ਦੀ ਖੋਟ ਤੇ ਜਿਸ ਤਰ੍ਹਾਂ ਦੀ ਮਿਲਾਵਟ ਪੇਸ਼ ਕੀਤੀ ਜਾ ਰਹੀ ਹੈ, ਇਹ ਯੂਨੀਵਰਸਿਟੀ ਜਾਂ ਸੰਸਥਾ ਦਾ ਜਾਂ ਇੰਸਟੀਚਿਊਟ ਦਾ ਨਾਂ ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ, ਸੁਭਾਵਿਕ ਹੀ ਹੈ ਲੋਕਾਂ ਦੇ ਵਿੱਚ ਇਤਿਹਾਸ ਗਲਤ ਪ੍ਰਚਾਰਿਆ ਜਾਣਾ। ਹੁਣ ਇਸ ਕਿਸਮ ਦਾ ਜਿਹੜਾ ਗਲਤ ਇਤਿਹਾਸ ਪ੍ਰਚਾਰਿਆ ਜਾ ਰਿਹਾ, ਉਸ ਦੇ ਵਿੱਚ ਸਾਡਾ ਸਾਰਿਆਂ ਦਾ ਕੀ ਫਰਜ਼ ਬਣਦਾ ਹੈ, ਜਦੋਂ ਕਿ ਇਹਨਾਂ ਕੋਲ ਤਾਕਤ ਹੈ, ਰਾਜ ਸੱਤਾ ਤੇ ਕਾਬਜ਼ ਨੇ, ਜਿਹੜੇ ਪੰਥਕ ਖਵਾਉਣ ਵਾਲੇ ਇਹਨਾਂ ਦੇ ਭਾਈਵਾਲ ਨੇ, ਉਹ ਕਿਸੇ ਵੀ ਪੱਧਰ ਤੇ ਇਸ ਗੱਲ ਨਾਲ ਇਨਸਾਫ ਹੀ ਨਹੀਂ ਕਰ ਸਕੇ ਕਿ ਇਸ ਦੇ ਵਿਰੁੱਧ ਸਟੈਂਡ ਲੈ ਸਕਣ। ਦੇਖੋ ਗੱਲ ਇਸ ਤਰ੍ਹਾਂ ਕਿ ਅਕਾਲੀ ਦਲ ਨੇ ਤਾਂ ਜਿਹੜਾ ਅਕਾਲੀ ਦਲ ਦਾ ਇਤਿਹਾਸ ਹੈ ਉਸ ਨੂੰ ਵੀ ਕਲੰਕਿਤ ਕੀਤਾ ਜੀ। ਹਾਲਾਂਕਿ ਅਕਾਲੀ ਦਲ ਦਾ ਇਤਿਹਾਸ ਜੇ ਆਪਾਂ ਧਿਆਨ ਨਾਲ ਵੇਖੀਏ, ਉਹਦੀ ਜੜ੍ਹਾਂ ਜਾਈਏ, ਤਾਂ ਉਹ ਆਪਣੇ ਵੱਲੋਂ ਤਾਂ ਜਦੋਂ ਅਕਾਲੀ ਦਲ ਦਾ ਬੂਟਾ ਲਾਇਆ ਗਿਆ ਜਾਂ ਜਿਨ੍ਹਾਂ ਪ੍ਰਸਥਿਤੀਆਂ ਵਿੱਚ ਅਕਾਲੀ ਦਲ ਹੋਂਦ 'ਚ ਆਇਆ, ਗੁਰਦੁਆਰਾ ਸੁਧਾਰ ਲਹਿਰ, ਉਹਦੇ ਨਾਲ ਜੁੜੇ ਹੋਏ ਲੋਕ ਉਹ ਸੀਗੇ ਜਿਹੜੇ ਸੱਚਮੁੱਚ ਗੁਰੂ ਗ੍ਰੰਥ ਸਾਹਿਬ ਦੇ ਸੰਕਲਪ ਨੂੰ ਮੰਨਦੇ ਸੀਗੇ, ਜਿਹੜੇ ਸੱਚਮੁੱਚ ਚਾਹੁੰਦੇ ਸੀ ਵੀ ਇਹੋ ਜਿਹਾ ਕੋਈ ਸਿਸਟਮ ਹੋਵੇ ਜਿੱਥੇ ਸਾਡੀ ਸਿੱਖੀ ਰਵਾਇਤਾਂ ਬਚੀਆਂ ਰਹਿਣ। ਤਾਂ ਹੀ ਉਹ ਸ਼ਬਦ ਜਿਹੜਾ ਚੁਣਿਆ ਅਕਾਲੀ ਸ਼ਬਦ, ਇਸ ਦੇ ਬਾਰੇ ਜਿਹੜਾ ਇਤਿਹਾਸ ਏਡਾ ਵੱਡਾ ਗੌਰਵਮਈ ਹੈ। ਨਾਲੇ ਇਸ ਦਾ ਧੁਰਾ ਇਸ ਗੱਲ ਦੇ ਮਤਲਬ ਇਸ ਦਾ ਆਧਾਰ ਹੀ ਇਸ ਗੱਲ ਦਾ ਕਿ ਜਦੋਂ ਗੁਰਦੁਆਰਾ ਸੁਧਾਰ ਲਹਿਰ ਚੱਲੀ ਆ, ਮੰਨਤਾਂ ਦਾ ਕਬਜ਼ਾ ਸੀਗਾ, ਉਹ ਤੇ ਲੱਗੇ ਸੀ ਤੁਹਾਡੇ ਧਰਮ ਦਾ ਹਿੰਦੂਕਰਨ ਕਰਨ। ਉੱਥੇ ਤਾਂ ਮੁੰਡਨ ਵੀ ਹੋ ਰਹੇ ਸੀ ਗੁਰਦੁਆਰਿਆਂ ਦੇ ਵਿੱਚ, ਜ਼ਾਤ ਪਾਤ ਵੀ ਚੱਲ ਰਹੀ ਸੀਗੀ। ਦਰਬਾਰ ਸਾਹਿਬ ਵਰਗੀ ਥਾਂ ਨੂੰ ਨਹੀਂ ਬਖਸ਼ਿਆ ਗਿਆ। ਉਹਨਾਂ ਰਵਾਇਤਾਂ ਦੇ ਖਿਲਾਫ ਅਕਾਲੀ ਦਲ ਖੜਾ ਹੋਇਆ। ਅੱਜ ਅਕਾਲੀ ਦਲ BJP ਦੀ B ਟੀਮ ਬਣਿਆ ਹੋਇਆ। ਹੁਣ ਉਹ ਵਾਲੇ ਗੱਲਾਂ ਜਿਹੜੀਆਂ ਉਹਨਾਂ ਨੂੰ ਤਜਾਨੀ ਦਿੱਤੀ ਗਈ ਹੈ ਚੰਗੇ ਤਰੀਕੇ ਨਾਲ। ਅਜੋਕੀ ਗੱਲਾਂ ਤੇ ਹੁਣ ਬਾਅਦ 'ਚ ਆਉਂਦੀਆਂ ਕਿ ਚੰਡੀਗੜ੍ਹ ਪੰਜਾਬ ਨੂੰ ਮਿਲਿਆ ਨਹੀਂ ਮਿਲਿਆ, ਸੁੱਖਿਆ ਨੂੰ ਇਨਸਾਫ ਮਿਲਿਆ ਨਹੀਂ ਮਿਲਿਆ, ਉਹ ਤਾਂ ਗੱਲਾਂ ਬਾਅਦ 'ਚ ਆਉਂਦੀਆਂ। ਪਰ ਤੁਸੀਂ ਇਹ ਵੇਖੋ ਕਿ ਜਦੋਂ ਜੱਫੀਆਂ ਪੈ ਗਈਆਂ ਉਹਨਾਂ ਦੇ ਨਾਲ, ਜਿਹੜੇ ਤੁਹਾਨੂੰ ਕਹਿੰਦੇ ਕਿ ਤੁਸੀਂ ਤਾਂ ਸਾਡੇ ਮਤਲਬ ਹਿੰਦੂ ਧਰਮ ਦੀ ਪਨੀਰੀ ਹੋ, ਧਾਰਾ 25 ਜਿਨ੍ਹਾਂ ਦਾ ਯਕੀਨ ਹੋਵੇ, ਜਿਹੜੇ ਤੁਹਾਨੂੰ ਸਿੱਖਾਂ ਨੂੰ ਹਿੰਦੂਆਂ ਦਾ ਅਟੁੱਟ ਹਿੱਸਾ ਮੰਨਦੇ ਹੋਣ, ਤੁਹਾਡੀ ਵੱਖਰੀ ਹੋਣ ਤੋਂ ਇਨਕਾਰੀ ਹੋਣ, ਉਹਨਾਂ ਨੂੰ ਤੁਹਾਡੀਆਂ ਭਰਪੀਆਂ ਹੋ ਗਈਆਂ। ਤੁਸੀਂ ਉਹਨਾਂ ਨਾਲ ਬਹਿ ਕੇ ਰਾਜ ਸੱਤਾ ਦਾ ਸੁੱਖ ਮਾਣ ਰਹੇ ਹੋ।
ਇਤਿਹਾਸ ਨਾਲ ਖਿਲਵਾੜ ਕਰ ਰਹੇ ਹੋ, ਤੁਸੀਂ ਮੂਕ ਦਰਸ਼ਕ ਬਣੇ ਹੋਏ ਹੋ। ਇਸ ਤੋਂ ਵੱਡੀ ਸ਼ਰਮ ਦੀ ਗੱਲ ਹੋਰ ਕਿਹੜੀ ਹੋਊਗੀ ਅਕਾਲੀ ਦਲ ਵਾਸਤੇ? ਦੇਖੋ, ਮੈਂ ਇਤਿਹਾਸ ਦੇਖਦਾ ਸੀ ਕਿ ਇੱਕ ਟਾਈਮ ਆਇਆ ਕਿ ਅਕਾਲੀ ਦਲ ਦੇ ਆਗੂਆਂ ਨੇ ਇਤਿਹਾਸ ਦੇ ਧਾਰਾ 25B ਦੇ ਜਿਹੜੇ ਉਹ ਪੰਨੇ ਲੈ ਕੇ ਸੰਵਿਧਾਨ ਦੇ ਉਹਨਾਂ ਪੰਨਿਆਂ ਨੂੰ ਲੋਹਿਆ, ਸਾੜਿਆ। ਉਸ ਵੇਲੇ ਜੀ ਬਹੁਤ ਵੱਡੀ ਐਸੀ ਗੱਲ, ਮੁੜ ਕੇ ਉਸੇ ਹੀ ਗੱਲ ਨੂੰ ਆਪਣੀ ਗਲਤੀ ਜਾਂ ਗੁਸਤਾਖੀ ਕਰਾਰ ਦਿੰਦਿਆਂ ਹੋਇਆਂ ਫਿਰ ਉਸ ਨੂੰ ਪ੍ਰਵਾਨ ਵੀ ਕਰ ਲਿਆ। ਇਹ ਜਿਹੜੀ ਨੀਤੀ ਆਮ ਜਿਹੜੇ ਲੋਕ ਨੇ, ਜਿਹੜੇ ਉਹ ਲੋਕ ਜਿਹੜੇ ਸਾਡੀਆਂ ਪਰੰਪਰਾਵਾਂ ਨੂੰ, ਸਾਡੇ ਵਿਰਾਸਤ ਨੂੰ ਜਿਨ੍ਹਾਂ 'ਤੇ ਮਾਣ ਮਹਿਸੂਸ ਕਰਦੇ ਨੇ, ਇਹ ਉਹਨਾਂ ਦੇ ਵਾਸਤੇ ਤਾਂ ਬਹੁਤ ਵੱਡੀ ਦੁਖਦਾਈ ਹੈ। ਉਹਨਾਂ ਵਾਸਤੇ ਦੁਖਦਾਈ ਹੈ, ਪਰ ਉਹ ਹੁਣ ਜਿਹੜੇ ਇਸੇ ਝਮੇਲੇ 'ਚ ਪਏ ਹੋਏ ਕਿ ਕਦੇ ਕਾਂਗਰਸ ਚੁਣ ਲਈ, ਕਦੇ ਅਕਾਲੀਆਂ ਨੂੰ ਚੁਣ ਲਿਆ, ਉਸੇ ਗਦੀ ਗੇੜ 'ਚ ਪਏ ਹੋਏ ਆ ਜੀ। ਉਹਨਾਂ ਨੂੰ ਚਾਹੀਦਾ ਕਿ ਇਹਨਾਂ ਗੱਲਾਂ ਤੋਂ ਉੱਪਰ ਉੱਠ ਕੇ ਉਹਨਾਂ ਨੂੰ ਸਵਾਲ ਕਰਨ ਜੀ, ਕਿਉਂਕਿ ਇਹ ਬਿਲਕੁਲ ਹੀ ਮਤਲਬ ਇਨਸਾਫ ਨਹੀਂ ਹੈ ਕਿ ਧਾਰਾ 25 ਪਹਿਲੀ ਗੱਲ ਉਹਦੇ ਵਿੱਚ ਸੋਧ ਕਿਉਂ ਨਹੀਂ ਹੋਈ ਹੁਣ ਤੱਕ। ਹਾਂ, ਫਿਰ ਆਨੰਦ ਮੈਰਿਜ ਐਕਟ ਤੱਕ ਨਹੀਂ ਮਤਲਬ ਲੈ ਸਕੇ। ਕਈ ਗੱਲਾਂ ਨੇ ਕਰਨ ਵਾਲੀਆਂ ਜੀ। ਪਰ ਅਕਾਲੀ ਦਲ ਦੀ ਸਭ ਤੋਂ ਵੱਡੀ ਕਮਜ਼ੋਰੀ ਹੈ ਕਿ ਅਕਾਲੀ ਦਲ ਨੇ ਬਾਰ-ਬਾਰ ਲੋਕਾਂ ਨੂੰ ਇਹ ਕਿਹਾ ਕਿ ਅਸੀਂ ਕਾਂਗਰਸ ਨਾਲ ਸਾਡੀ ਲੜਾਈ ਹੈ, ਅਸੀਂ ਕੇਂਦਰ 'ਚ ਕਿਸੇ ਨੂੰ ਆਪਣੇ ਨਾਲ ਰੱਖਣਾ ਸੀਗਾ, ਸਾਨੂੰ ਬੀਜੇਪੀ ਸਾਨੂੰ ਫਿੱਟ ਆ, ਮੰਨ ਲਿਆ। ਪਰ ਬੀਜੇਪੀ ਨੇ ਤੁਹਾਡਾ ਕੀ ਸਵਾਰਥ ਆ? ਜੇ ਬੀਜੇਪੀ ਨੇ ਤਾਂ ਜੱਫੀਆਂ ਪਾਈਆਂ ਸੀਗੀਆਂ, ਕੀ ਧਾਰਾ 25 ਦਾ ਮਸਲਾ ਹੱਲ ਹੋ ਗਿਆ? ਕੀ ਆਨੰਦ ਮੈਰਿਜ ਐਕਟ ਲਾਗੂ ਹੋ ਗਿਆ? ਮਤਲਬ ਮੈਂ ਜਾਣਨਾ ਚਾਹੁੰਦਾ, ਮੇਰੀ ਦਿਲਚਸਪੀ ਇਸ ਗੱਲ ਦੇ ਵਿੱਚ ਕਿ ਕਿਹੜੀਆਂ ਗੱਲਾਂ ਬੀਜੇਪੀ ਨੇ ਕਰਾਈਆਂ ਤੁਹਾਡੇ ਸਿਧਾਂਤਕ ਤੌਰ 'ਤੇ, ਤੁਸੀਂ ਕੀ ਜਿੱਤ ਹਾਸਲ ਕੀਤੀ ਉੱਥੇ, ਸਿਵਾਏ ਇਹ ਕਿ ਅਕਾਲੀ ਦਲ ਦਾ ਸਰੂਪ ਬਦਲ ਗਿਆ। ਜਿਹੜੀ ਕੱਲ੍ਹ ਤੱਕ ਤੁਸੀਂ ਕਹਿੰਦੇ ਸੀ ਅਸੀਂ ਸਿੱਖਾਂ ਦੀ ਐਸਪੀਰੇਸ਼ਨਸ ਦੇ ਅਨੁਸਾਰ ਚੱਲਣ ਵਾਲੀ ਪਾਰਟੀ ਹੈ, ਤੁਸੀਂ ਆਪਣਿਆਂ ਨੂੰ ਨਿਰੋਲ ਪੰਜਾਬੀਆਂ ਦੀ ਪਾਰਟੀ ਬਣਾਉਣ ਦੀ ਕੋਸ਼ਿਸ਼ ਕੀਤੀ। ਤੁਸੀਂ ਬੀਜੇਪੀ ਨਾਲ ਸਮਝੌਤਾ ਕਰਨ ਨਾਲੋਂ ਵਧੀਆ ਹੁੰਦਾ ਕਿ ਤੁਸੀਂ ਅਕਾਲੀ ਦਲ ਦੇ ਵਿੱਚ ਕੁਝ ਹਿੰਦੂ ਚਿਹਰੇ ਅੱਗੇ ਲਿਆਉਂਦੇ। ਇਹਦਾ ਵੀ ਸਕੂਪ ਸੀਗਾ ਤੁਹਾਡੀ ਪਾਰਟੀ 'ਚ, ਇਹ ਨਹੀਂ ਉਹਨਾਂ ਨੇ ਕੀਤਾ। ਸਗੋਂ ਬੀਜੇਪੀ ਨਾਲ ਯਾਰੀ ਪਾ ਕੇ ਤੇ ਜਿਹੜਾ ਅਕਾਲੀ ਦਲ ਦਾ ਵੀ ਜਿਹੜਾ ਹਿੰਦੂਕਰਨ ਹੋਇਆ ਤੇ ਅਕਾਲੀ ਦਲ ਦੇ ਵਿੱਚ ਜਿਹੜੀ ਹਿੰਦੂਤਵੀ ਰੁਚੀਆਂ ਉਹ ਹੋਰ ਪੱਕੀਆਂ ਹੋਈਆਂ ਨੇ। ਅਫਸੋਸ ਇਸ ਗੱਲ ਦਾ ਹੋ ਰਿਹਾ। ਇੱਥੋਂ ਤੱਕ ਕਿ ਤੁਸੀਂ ਵੇਖੋ ਗੁਰਵਿੰਦਰ ਸਿੰਘ ਜੀ, ਜਦੋਂ ਅਕਾਲੀਆਂ ਦੇ ਰਾਜ ਵਿੱਚ, ਇੱਥੋਂ ਤੱਕ ਕਿ ਮੈਨੂੰ ਅਜੇ ਵੀ ਯਾਦ ਹੈ ਟੌੜਾ ਸਾਹਿਬ ਦਾ ਜਦੋਂ ਤੋੜ ਵਿਛੋੜਾ ਹੋਇਆ ਬਾਦਲਾਂ ਤੋਂ ਜੀ, ਉਹਨਾਂ ਦਿਨਾਂ ਦੇ ਵਿੱਚ ਮੈਨੂੰ ਮੌਕਾ ਮਿਲਿਆ ਕਿ ਜਿਹੜਾ ਮੁਕਤਸਰ ਦਾ ਮਾਘੀ ਦਾ ਮੇਲਾ ਹੈ ਉਹ ਕਵਰ ਕਰਨ ਦਾ ਜੀ। ਟੌੜਾ ਸਾਹਿਬ ਨੇ ਇਤਰਾਜ਼ ਕੀਤਾ ਇਸ ਗੱਲ 'ਤੇ ਕਿ ਜਿਹੜਾ ਮਾਘੀ ਦੇ ਮੇਲੇ ਵੇਲੇ ਪ੍ਰਚਾਰ ਇਹ ਹੋ ਰਿਹਾ ਕਿ ਇਸ ਨੂੰ ਵੀਰ ਭੂਮੀ ਕਹਿ ਕੇ ਪ੍ਰਚਾਰਿਆ ਜਾ ਰਿਹਾ, ਜਿਵੇਂ ਜਨਸੰਘੀਆਂ ਦੀ ਜਿਹੜੀ ਉਹਨਾਂ ਦੀ ਆਪਣੀ ਸ਼ਬਦਾਵਲੀ ਹੈ। ਠੀਕ ਹੈ, ਕੋਈ ਉਹਨੂੰ ਵੀਰ ਭੂਮੀ ਕਹਿੰਦਾ ਕਹੀ ਜਾਵੇ, ਪਰ ਉਸ ਵਿੱਚੋਂ ਇੱਕ ਗੱਲ ਤਾਂ ਨਜ਼ਰ ਆ ਰਹੀ ਸੀ ਨਾ, ਇੱਕ ਗੱਲ ਤਾਂ ਭਾਵ ਮਾਰਦੀ ਸੀ ਨਾ ਕਿ ਕਿਧਰੇ ਜਨਸੰਘ ਦਾ ਜਿਹੜਾ ਜਕੜ ਉਹਨਾਂ ਦੀ ਅਕਾਲੀ ਦਲ 'ਤੇ ਮਜ਼ਬੂਤ ਹੁੰਦੀ ਜਾ ਰਹੀ ਹੈ। ਬਿਲਕੁਲ। ਸੋ ਇਸ ਕਿਸਮ ਦੀ ਲੜਾਈ ਉਦੋਂ ਵੀ ਚੱਲਦੀ ਸੀਗੀ। ਇੱਦਾਂ ਦੇ ਸ਼ੀਟ ਸਾਨੂੰ ਮਿਲਦੇ ਸੀ ਕਿਧਰੇ ਨਾ ਕਿਧਰੇ, ਉਹ ਸਾਖੀਆਂ ਉਸ ਕਿਸਮ ਦੀਆਂ ਪ੍ਰਚਾਰੀਆਂ ਗਈਆਂ, ਉਸ ਕਿਸਮ ਦੇ ਬੁੱਧੀ ਜੀਵਨ ਨੂੰ ਮੂਹਰੇ ਲਿਆਇਆ ਗਿਆ, ਜਿਹੜੇ ਮਤਲਬ ਸਿੱਖਾਂ ਨੂੰ ਹਿੰਦੂਆਂ ਦਾ ਇੱਕ ਅੰਗ ਮੰਨ ਕੇ ਦੇਖਦੇ ਨੇ, ਉਸ ਤਰੀਕੇ ਨਾਲ ਪੇਸ਼ਕਾਰੀ ਕਰਦੇ ਆ। ਸੋ ਫਿਰ ਤੁਹਾਡੀ ਲੜਾਈ ਦਾ ਫਾਇਦਾ ਕੀ ਹੋਇਆ? ਗੁਰਦੁਆਰਾ ਸੁਧਾਰ ਲਹਿਰ ਦਾ, ਤੁਹਾਡਾ ਅਕਾਲੀ ਦਲ ਦਾ ਜਨਮ ਜਿਹੜਾ ਉਸ ਲੜਾਈ ਵਿੱਚ ਹੁੰਦਾ ਹੈ। ਅੱਜ ਤੁਸੀਂ ਮੁੜ ਕੇ ਦੇਖ ਰਹੇ ਹੋ ਕਿ ਉਹਨਾਂ ਤਾਕਤਾਂ ਵੱਲ ਹੀ ਤੁਹਾਡਾ ਝੁਕਾਓ ਆ। ਇਸ ਤੋਂ ਵੱਡੀ ਵਿਡੰਬਣਾ ਕੀ ਹੋਊਗੀ? ਦੇਖੋ, ਜਿਹੜੀ ਸਾਡੀ ਜਿਵੇਂ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਖਸੀਅਤ ਨੂੰ ਘੱਟੇ ਰੋਲਣਾ ਤੇ ਅੱਜ ਦੀ ਸੱਤਾਧਾਰੀ ਰਾਜਨੀਤਿਕ ਪਾਰਟੀ ਇਸ ਵੇਲੇ ਜੋ ਭੂਮਿਕਾ ਨਿਭਾ ਰਹੀ ਹੈ, ਖਾਸ ਕਰਕੇ ਉਹਨਾਂ ਦੇ ਨਾਲ ਜੁੜੀਆਂ ਜਥੇਬੰਦੀਆਂ, ਜਿਹੜੀਆਂ ਹਿੰਦੂਤਵੀ ਜਥੇਬੰਦੀਆਂ, ਜਿਹੜੀਆਂ ਕਿ ਇਹ ਗੱਲ ਬਾਰ-ਬਾਰ ਨਿੱਠ ਕੇ ਕਹਿ ਰਹੀਆਂ ਨੇ ਤੇ ਉਹਨੂੰ ਪ੍ਰਚਾਰ ਰਹੀਆਂ ਨੇ, ਜਿਸ ਦੇ ਵਿੱਚ ਬੀਜੇਪੀ ਦਾ ਮੁੱਖ ਮੰਤਰੀ ਹਰਿਆਣੇ ਦਾ ਮਨੋਹਰ ਲਾਲ ਖੱਟੜ ਇਹ ਗੱਲ ਸਟੇਜ ਦੇ ਉੱਪਰ ਹਿੱਕ ਥਾਪੜ ਕੇ ਕਹਿ ਰਿਹਾ ਕਿ ਉਹ ਬੰਦਾ ਬੈਰਾਗੀ ਸੀ ਤੇ ਸਾਡੇ ਵੰਸ਼ ਜਿਹੜੇ ਵੱਡੇ ਵਡੇਰੇ ਸਨ ਉਹਨਾਂ ਦੇ ਨਾਲ ਸਨ, ਤੇ ਉਹਦਾ ਨਾਂ ਜਿਹੜਾ ਹੈ ਉਸ ਦੇ ਨਾਂ ਤੇ ਉਸ ਸੰਸਥਾ ਦਾ ਨਾਂ ਬੰਦਾ ਬੈਰਾਗੀ ਸੰਸਥਾ ਕਾਇਮ ਕਰਕੇ ਉਸ ਦੇ ਵਿੱਚੋਂ ਸਿੰਘ ਨੂੰ ਪੂਰੀ ਤਰ੍ਹਾਂ ਮਨਫੀ ਕਰਕੇ ਪੇਸ਼ ਕਰਨਾ। ਸੋ ਇਸ ਤੋਂ ਵੱਡੀ ਕੀ ਗੱਲ ਹੋ ਸਕਦੀ ਹੈ ਕਿ ਇਹ ਸ਼ਰੇਆਮ ਜਿਹੜਾ ਸਾਰਾ ਕੁਝ ਹੋ ਰਿਹਾ ਤੇ ਕੋਈ ਉਸ ਨੂੰ ਚੁਣੌਤੀ ਦੇਣ ਵਾਲਾ ਨਹੀਂ, ਜਦ ਕਿ ਇਸ ਵੇਲੇ ਚਾਹੀਦਾ ਇਹ ਸੀ ਜਿਹੜੀ ਚੱਪੜ ਚਿੜੀ ਵਰਗਾ ਨਾਂ ਵਿਗਾੜ ਕੇ ਅਸਲ 'ਚ ਉਸ ਦੇ ਇਤਿਹਾਸ ਨੂੰ ਵੀ ਸਹੀ ਨੂੰ ਪੇਸ਼ ਕੀਤਾ ਜਾਂਦਾ। ਜਿਵੇਂ ਕਿ ਇਸ ਇਤਿਹਾਸ ਦਾ ਜੇ ਅਸੀਂ ਸਹੀ ਪੱਖ ਦੇਖੀਏ ਕਿ ਅਸਲ ਦੇ ਵਿੱਚ ਉਹ ਜੋ ਦੋ ਸ਼ਬਦ ਜਿਹੜੇ ਕਿ ਹਰ ਪੰਜਾਬ ਦੀ ਧਰਤੀ 'ਤੇ ਜਾਂ ਵੱਖ-ਵੱਖ ਥਾਵਾਂ 'ਤੇ ਉਸ ਵੇਲੇ ਪ੍ਰਚਲਿਤ ਸਨ, ਹਰ ਪਿੰਡ ਹੁੰਦਾ ਸੀ ਉਹਦੇ ਬਾਹਰ ਇੱਕ ਝਿੜੀ ਹੁੰਦੀ ਸੀ ਤੇ ਜਾਂ ਉੱਥੇ ਛੱਪੜ ਹੁੰਦਾ ਸੀ, ਢਾਬ ਹੁੰਦੀ ਸੀ। ਛੱਪੜ ਤੇ ਝਿੜੀ ਤੇ ਛੱਪੜ ਦੋਵੇਂ ਇਕੱਠੇ, ਜਿੱਥੇ ਕਿ ਇਹ ਯੁੱਧ ਹੋਇਆ, ਜਿਸ ਯੁੱਧ ਦਾ ਅਸਲ ਦੇ ਵਿੱਚ ਛੱਪੜ ਝਿੜੀ ਜਿਹੜਾ ਬੇਸ ਹੈ, ਛੱਪੜ ਚਿੜੀ ਨੂੰ ਇਸ ਤਰ੍ਹਾਂ ਬਣਾ ਕੇ ਤੇ ਫਿਰ ਉਹਨੂੰ ਇੱਕ ਸੀਮਤ ਜਿਹਾ ਕਰਕੇ ਪੇਸ਼ ਕਰ ਦੇਣਾ। ਮੈਂ ਸਮਝਦਾ ਕਿ ਜੇ ਸੱਚਮੁੱਚ ਅਸੀਂ ਬੰਦਾ ਸਿੰਘ ਬਹਾਦਰ ਦੇ ਉਸ ਖਾਲਸਾ ਰਾਜ ਦੇ ਕਦਰਦਾਨ ਆ ਜਾਂ ਉਸ ਨੂੰ ਉਸ ਦੇ ਈਵਨ ਕ੍ਰੈਡਿਟ ਲੈਣ ਦੇ ਵਿੱਚ ਪਿੱਛੇ ਭੱਜਦੇ ਆ, ਤਾਂ ਅੱਜ ਸਾਨੂੰ ਚਾਹੀਦਾ ਕਿ ਉਸ ਨੂੰ ਸਹੀ ਢੰਗ ਨਾਲ ਲੋਕਾਂ 'ਚ ਪ੍ਰਚਾਰੀਏ। ਈਵਨ ਜੋ ਚੰਡੀਗੜ੍ਹ ਦਾ ਜਿਹੜਾ ਏਅਰਪੋਰਟ ਹੈ, ਜਿਹੜਾ ਅੰਤਰਰਾਸ਼ਟਰੀ ਬਣ ਰਿਹਾ, ਉਸ ਦਾ ਨਾਂ ਵੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ 'ਤੇ ਹੋਣਾ ਚਾਹੀਦਾ। ਦੇਖੋ, ਜਿਹੜਾ ਏਅਰਪੋਰਟ ਹੈ ਮੋਹਾਲੀ ਦਾ, ਹਾਲਾਂਕਿ ਮੈਂ ਭਗਤ ਸਿੰਘ ਦੀ ਬਹੁਤ ਇੱਜ਼ਤ ਕਰਦਾ ਤੇ ਭਗਤ ਸਿੰਘ ਦੇ ਬਾਰੇ ਉੱਥੇ ਮੰਗ ਕਾਫੀ ਉੱਠੀ, ਪੁਰਾਣੀ ਵੀ ਚੱਲਦੀ ਆ ਰਹੀ ਹੈ,
ਪਰ ਮੈਂ ਮਹਿਸੂਸ ਕਰਦਾ ਕਿਉਂਕਿ 에ਅਰਪੋਰਟ ਉਸ ਥਾਂ ਤੇ ਹੈ ਜਿਸ ਥਾਂ ਦਾ ਇਤਿਹਾਸ ਬੰਦਾ ਸਿੰਘ ਬਹਾਦਰ ਨਾਲ ਜੁੜਿਆ ਹੋਇਆ ਜੀ, ਤੇ ਕੋਈ ਸ਼ੱਕ ਨਹੀਂ ਕਿ ਉਸ ਦਾ ਨਾਮ ਬੰਦਾ ਸਿੰਘ ਬਹਾਦਰ ਦੇ ਨਾਂ ਤੇ ਰੱਖਿਆ ਜਾਵੇ ਤੇ ਜ਼ਿਆਦਾ ਸੋਭ ਦੀ ਗੱਲ ਜੀ। ਵੈਸੇ ਵੀ ਭਗਤ ਸਿੰਘ ਦੇ ਕੀ ਲੱਗਦੇ ਤਾਂ ਬੰਦਾ ਸਿੰਘ ਬਹਾਦਰ ਦੇ ਕੁਝ ਹੈ ਨਹੀਂਗੇ ਜੀ ਜੀ। ਨਿੱਜੀ ਤੌਰ ਤੇ ਮੈਨੂੰ ਜੇ ਪੁੱਛੋ ਤੇ ਮੈਂ ਤਾਂ ਕੋਈ ਐਡਾ ਐਕਸਾਈਟਮੈਂਟ ਕੋਈ ਗੱਲ ਦੀ ਹੈ ਨਹੀਂ ਕਿ ਨਾਂ ਕੀ ਰੱਖਤਾ। ਹੁਣ ਕਹਿਣ ਨੂੰ ਤਾਂ ਭਗਤ ਸਿੰਘ ਨਗਰ ਨਾਂ ਰੱਖਿਆ ਨਵੇਂ ਸ਼ਹਿਰ ਦਾ, ਕੀ ਉਸ ਸ਼ਹਿਰ ਦੇ ਵਿੱਚ ਉਸ ਇਲਾਕੇ ਦੇ ਵਿੱਚ ਸਾਰਾ ਕੁਝ ਭਗਤ ਸਿੰਘ ਦੀ ਸੋਚ ਦੇ ਅਨੁਕੂਲ ਹੋ ਰਿਹਾ? ਜੇ ਨਹੀਂ ਹੋ ਰਿਹਾ ਫਿਰ ਨਾਂ ਰੱਖਣ ਦਾ ਕੀ ਫਾਇਦਾ? ਕਹਿਣ ਨੂੰ ਜੈਲ ਸਿੰਘ ਨੇ ਬਣਾਇਆ ਸੀ ਗੁਰੂ ਗੋਬਿੰਦ ਸਿੰਘ ਮਾਰਗ, ਮੈਂ ਦਾਅਵੇ ਨਾਲ ਕਹਿੰਦਾ ਗੁਰੂ ਗੋਬਿੰਦ ਸਿੰਘ ਮਾਰਗ ਤੇ ਮੋਟਰਸਾਈਕਲ ਚੱਕੋ, ਮਾੜਾ ਜਿਹਾ ਗੇੜਾ ਕੱਢ ਆਓ, ਵੇਖ ਲਓ ਕਿੰਨੀ ਗੁਰੂ ਗੋਬਿੰਦ ਸਿੰਘ ਜੀ ਦੇ ਅਸੂਲਾਂ ਦੇ ਮੁਤਾਬਕ ਉਹਨਾਂ ਪਿੰਡਾਂ 'ਚ ਗੱਲ ਹੋ ਰਹੀ ਜਿਹੜੇ ਉਸ ਮਾਰਗ ਦੇ ਨਾਲ ਪੈਂਦੇ, ਕਿਹੜਾ ਅਸੂਲ ਉਹਨਾਂ ਦਾ ਜਿਹੜਾ ਉਸ ਦੀ ਪਾਲਣਾ ਹੋ ਰਹੀ ਉੱਥੇ। ਅਸੂਲ ਦੀ ਗੱਲ ਪਹਿਲੋਂ ਆ ਜੀ ਜੀ। ਪਰ ਚਲੋ ਫਿਰ ਵੀ ਜੇ ਕਿਸੇ ਨੂੰ ਖੁਸ਼ੀ ਮਿਲਦੀ ਹੈ, ਜੇ ਸਨਮਾਨ ਮਿਲਦਾ, ਜੇ ਬੰਦਾ ਸਿੰਘ ਬਹਾਦਰ ਨੂੰ ਵਾਕਈ ਅਸੀਂ ਜਿਉਂਦਾ ਰੱਖਣਾ ਉਸੇ ਰੂਪ 'ਚ ਹੈ ਜਿਸ ਤਰ੍ਹਾਂ ਚਾਹੀਦਾ ਪਰ ਠੀਕ ਹੈ। ਫਿਰ ਉਹ ਕਿਉਂਕਿ ਹੁਣ ਜਿਹੜਾ ਮੇਰਾ ਖਿਆਲ ਜਿਹੜਾ ਮੋਹਾਲੀ ਦਾ ਬੱਸ ਅੱਡਾ ਆ ਵੱਡਾ, ਉਹਦਾ ਨਾਮ ਵੀ ਬੰਦਾ ਸਿੰਘ ਬਹਾਦਰ ਤੇ ਰੱਖਿਆ ਗਿਆ ਤੇ 에ਅਰਪੋਰਟ ਦਾ ਨਾਮ ਵੀ ਰੱਖਣ 'ਚ ਕੋਈ ਇਤਰਾਜ਼ ਨਹੀਂ। ਜੀ ਜੀ ਜੀ। ਪਰ ਜਿਹੜੇ ਪੁਰਾਣੇ ਨਾਂ ਉਹ ਵੀ ਵਿਗਾੜੇ ਜਾ ਰਹੇ ਆ। ਛੱਪੜ ਝੀੜੀ ਨੂੰ ਚੱਪੜ ਚੀੜੀ ਕਹਿ ਦੇਣਾ ਤੇ ਉਹ ਗੱਲ ਆਪਣੀ ਜਿਹੜੀ ਆ ਉਸ ਤੇ ਸਾਨੂੰ ਅਭਿਆਸ ਕਰਨੀ ਪਏਗੀ। ਪਰ ਜਿਹੜਾ ਮੈਨੂੰ ਵੱਡੀ ਚਿੰਤਾ ਮੇਰੇ ਵਾਸਤੇ ਹੈ ਕਿ ਜਿਹੜਾ ਜਿਸ ਕਿਸਮ ਦਾ ਇਤਿਹਾਸ ਨੂੰ ਮਤਲਬ ਉਸ ਨੂੰ ਹਿੰਦੂਤਵਾ ਦੀ ਪਾਣ ਚਾੜੀ ਜਾ ਰਹੀ ਹੈ ਜੀ, ਜਿਹੜੀ ਰੰਗਤ ਦਿੱਤੀ ਜਾ ਰਹੀ ਹੈ ਉਹ ਬਹੁਤ ਜ਼ਿਆਦਾ ਖਤਰਨਾਕ ਹੈ। ਉਸ ਦੇ ਬਹਾਨੇ ਸਿੱਖਾਂ ਨੂੰ ਨਾਲ ਜੋੜ ਕੇ ਮੁਸਲਮਾਨਾਂ ਵਿੱਚ ਹੋਰ ਜ਼ਿਆਦਾ ਬੇਚੈਨੀ ਡਰ ਪੈਦਾ ਕਰਨਾ, ਇੱਕ ਘੱਟ ਗਿਣਤੀ ਨੂੰ ਉਸ ਘੱਟ ਗਿਣਤੀ ਦੇ ਖਿਲਾਫ ਖੜਾ ਕਰਨਾ, ਇਹ ਜਿਹੜੀ ਕਵਾਇਦ ਚੱਲ ਰਹੀ ਹੈ ਇਸ ਤੇ ਸਾਨੂੰ ਉਂਗਲ ਰੱਖਣੀ ਪਏਗੀ। ਇਹ ਬੰਦਾ ਸਿੰਘ ਬਹਾਦਰ ਦੀ ਸੋਚ ਤੋਂ ਵੀ ਉਲਟਿਆ, ਗੁਰੂ ਗੋਬਿੰਦ ਸਿੰਘ ਜੀ ਦੀ ਸੋਚ ਤੋਂ ਵੀ ਉਲਟਾ ਤੇ ਖਾਲਸੇ ਨੂੰ ਜਾਂ ਸਿੱਖਾਂ ਨੂੰ ਹਿੰਦੂਆਂ ਦੀ ਪਨੀਰੀ ਬਣਾ ਕੇ ਇਸ ਕਿਸਮ ਦਾ ਜਿਹੜਾ ਪ੍ਰਚਾਰ, ਇਸ ਤੋਂ ਸਾਨੂੰ ਸੁਚੇਤ ਰਹਿਣਾ ਪਊਗਾ। ਅਫਸੋਸ ਦੀ ਗੱਲ ਕਿ ਅਕਾਲੀ ਦਲ ਜਿਹੜਾ ਜਿਸ ਦੀ ਜ਼ਿੰਮੇਵਾਰੀ ਬਣਦੀ ਸੀਗੀ ਉਸ ਜ਼ਿੰਮੇਵਾਰੀ ਤੋਂ ਪਿੱਛੇ ਹਟ ਗਿਆ, ਜਿਸ ਕਰਕੇ ਸਾਨੂੰ ਇਹ ਲੱਛਣ ਵੇਖਣੇ ਪੈ ਰਹੇ ਆ। ਸੋ ਹਰਿਆਣਾ ਕੀ ਮਤਲਬ ਪੰਜਾਬ ਕੀ, ਤੁਸੀਂ ਵੇਖੋ ਇੱਥੋਂ ਤੱਕ ਵੀ ਇਹਨਾਂ ਨੇ ਕੀਤਾ RSS ਸਕੂਲਾਂ ਵਿੱਚ ਕਿ ਇਹ ਪ੍ਰਚਾਰ ਕੀਤਾ ਗਿਆ ਕਿ ਅਯੋਧਿਆ ਦੇ ਵਿੱਚ ਬਾਬਰੀ ਮਸਜਿਦ ਜਿਹੜੀ ਹੈ ਜਿੱਥੇ ਬਣੀ ਹੈ ਉਸ ਨੂੰ ਆਜ਼ਾਦ ਕਰਾਉਣ ਲਈ ਗੁਰੂ ਗੋਬਿੰਦ ਸਿੰਘ ਨੇ ਫੌਜਾਂ ਭੇਜੀਆਂ ਸੀਗੀਆਂ। ਇਹ ਪ੍ਰਚਾਰ ਵੀ ਕੀਤਾ ਗਿਆ। ਦੇਖੋ ਕਿਸ ਹੱਦ ਤੱਕ ਗਿਰ ਸਕਦੇ ਨੇ। ਗੁਰਪ੍ਰੀਤ ਸਿੰਘ ਜੀ ਬੜੇ ਵਿਸਥਾਰ 'ਚ ਜਿਹੜੀ ਗੱਲਬਾਤ ਕੀਤੀ ਉਸ ਦੇ ਲਈ ਬਹੁਤ ਧੰਨਵਾਦ। ਸਾਡੇ ਕੋਲ ਆਖਰੀ 1 ਮਿੰਟ ਹੈ ਤੇ ਤੁਸੀਂ ਇੱਕ ਕਵਿਤਾ ਵੀ ਬੰਦਾ ਸਿੰਘ ਬਹਾਦਰ ਤੇ ਲਿਖੀ ਹੈ, ਮੈਂ ਚਾਹਾਂਗਾ ਕਿ 2 ਸਤਰਾਂ ਉਸ ਦੀਆਂ ਜ਼ਰੂਰ ਸਾਂਝੀਆਂ ਕਰੀਏ ਤੇ ਉਸ ਤੋਂ ਬਾਅਦ ਪ੍ਰੋਗਰਾਮ ਸਮਾਪਤ ਕਰਾਂਗੇ। ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਮਰਪਿਤ। ਸ਼ੁਕਰੀਆ ਮੌਕਾ ਦੇਣ ਲਈ ਗੁਰਿੰਦਰ ਸਿੰਘ ਜੀ। ਦਰਅਸਲ ਇਹ ਕਵਿਤਾ ਆਪਣੇ ਆਪ 'ਚ ਇਹੀ ਦੱਸਣ ਦੀ ਕੋਸ਼ਿਸ਼ ਕਰਦੀ ਕਿ ਮਹਾਰਾਸ਼ਟਰ ਤੋਂ ਬੰਦਾ ਸਿੰਘ ਬਹਾਦਰ ਉੱਠਿਆ ਸੀ ਜੀ ਤੇ ਅੱਜ ਮਹਾਰਾਸ਼ਟਰ ਵਿੱਚ ਨਵਾਂ ਸਰਹੰਦ ਬਣ ਗਿਆ, ਕਿਉਂਕਿ ਸਰਹੰਦ ਨੂੰ ਹਿੰਦ ਦਾ ਦਿਮਾਗ ਮੰਨਿਆ ਗਿਆ ਸੀ ਜੀ ਜੀ। ਉੱਥੇ ਨਾਗਪੁਰ ਇਸ ਵੇਲੇ ਜਿਸ ਕਿਸਮ ਨਚਾਰਿਆ ਕੇਂਦਰ ਨੂੰ ਜੀ, ਉਸ ਨੂੰ ਵੇਖ ਕੇ ਕੁਝ ਸਤਰਾਂ ਸੀਗੀਆਂ ਸ਼ਾਇਦ। ਇੱਕ ਹੋਰ ਸਰਹੰਦ ਉਸਰ ਗਿਆ ਹੈ ਉਸ ਧਰਤੀ ਤੇ, ਇੱਕ ਹੋਰ ਸਰਹੰਦ ਉਸਰ ਗਿਆ ਹੈ ਉਸ ਧਰਤੀ ਤੇ ਜਿੱਥੋਂ ਕੂਚ ਕੀਤਾ ਸੀ ਬੰਦੇ ਨੇ ਦਸ਼ਮੇਸ਼ ਤੋਂ ਥਾਪੀ ਲੈ ਕੇ। ਜਿਸ ਸਰਹੰਦ ਨੂੰ ਮਿੱਟੀ 'ਚ ਰਲਾਇਆ ਸੀ ਬੰਦੇ ਦੀ ਫੌਜ ਨੇ, ਅੱਜ ਉਸ ਦੇ ਹੀ ਮਲਬੇ ਦੀਆਂ ਇੱਟਾਂ 'ਚੋਂ ਉਗਾਇਆ ਹੈ ਦਿੱਲੀ ਦੇ ਹੁਕਮਰਾਨਾਂ ਨੂੰ ਉਂਗਲਾਂ 'ਤੇ ਨਚਾਉਣ ਵਾਲਾ ਵਜ਼ੀਰ ਖਾਨ ਦਾ ਸ਼ਾਹੀ ਦਰਬਾਰ। ਤੇ ਹੁਣ ਇੱਕ ਹੋਰ ਬੰਦੇ ਦੀ ਲੋੜ ਹੈ ਗੁਰੂ ਨੂੰ ਇਸ ਨਵੀਂ ਸਰਹੰਦ ਨੂੰ ਪੱਧਰਾ ਕਰਨ ਲਈ। ਵਾਹ। ਇੱਕ ਹੋਰ ਬੰਦੇ ਦੀ ਲੋੜ ਹੈ ਗੁਰੂ ਨੂੰ ਇਸ ਨਵੀਂ ਸਰਹੰਦ ਨੂੰ ਪੱਧਰਾ ਕਰਨ ਲਈ, ਕਿਉਂਕਿ ਹਿੰਦ ਤੇ ਫਿਰ ਮੰਡਰਾ ਰਹੇ ਹਨ ਜ਼ੁਲਮ ਦੇ ਸਿਆਹੀ ਬੱਦਲ। ਬਹੁਤ ਅੱਛਾ ਹੈ ਜੀ, ਤੁਹਾਡੀ ਕਲਮ ਨੂੰ ਸਲਾਮ ਤੇ ਬਹੁਤ ਸ਼ੁਕਰੀਆ ਜੀ। ਧੰਨਵਾਦ ਗੁਰਪ੍ਰੀਤ ਸਿੰਘ। ਸ਼ੁਕਰੀਆ ਜੀ। ਇਤਿਹਾਸ ਦੇ ਪੰਨੇ ਕਿਤਾਬਾਂ ਜਿਹੜੀਆਂ ਕਿ ਬੰਦਾ ਸਿੰਘ ਬਹਾਦਰ ਜੀ ਬਾਰੇ ਸਹੀ ਜਾਣਕਾਰੀ ਦਿੰਦੀਆਂ ਨੇ ਉਹਨਾਂ ਨੂੰ ਪੜ੍ਹੀਏ। ਇਤਿਹਾਸ ਨੂੰ ਜਿਹੜੀਆਂ ਅਮਲੀਆਮੇਟ ਕਰ ਰਹੀਆਂ ਨੇ ਸੁਚੇਤ ਰਹੀਏ ਉਹਨਾਂ ਤਾਕਤਾਂ ਤੋਂ, ਚਾਹੇ ਉਹ ਕਿਸੇ ਵੀ ਸੱਤਾ ਦੇ ਪੱਧਰ ਤੇ ਹੋਣ, ਅਕਾਲੀ, ਕਾਂਗਰਸੀ, BJP ਜਾਂ ਜਿਹੜੇ ਵੀ ਇੱਥੋਂ ਦੇ ਮੰਡਲ ਬੈਰਾਗੀ ਬਣਾਈ ਬੈਠੇ ਜਿਹੜੇ ਲੋਕ ਨੇ, ਹਰ ਇੱਕ ਨੂੰ ਅਸੀਂ ਸੁਚੇਤ ਕਰਦੇ ਹੋਏ ਇਹਨਾਂ ਸਤਰਾਂ ਨਾਲ ਗੱਲਬਾਤ ਸਮੇਟਾਂਗੇ। ਦੱਬੇ ਕੁਚਲੇ ਲੋਕਾਂ ਮਿਲ ਕੇ ਸੀ ਖੜਕਾਇਆ ਖੰਡਾ, ਦੱਬੇ ਕੁਚਲੇ ਲੋਕਾਂ ਮਿਲ ਕੇ ਸੀ ਖੜਕਾਇਆ ਖੰਡਾ, ਛੱਡ ਬੈਰਾਗ ਤੇ ਵਿੱਚ ਮੈਦਾਨੀ ਫੇਰ ਗਰਜਿਆ ਬੰਦਾ, ਰੱਤ ਪੀਣੀਆਂ ਜੋਕਾਂ ਤਾਈਂ ਲੋਕਾਂ ਸੋਧਾ ਲਾਇਆ, ਰੱਤ ਪੀਣੀਆਂ ਜੋਕਾਂ ਤਾਈਂ ਲੋਕਾਂ ਸੋਧਾ ਲਾਇਆ, ਲੋਕ ਰਾਜ ਤਦ ਕਾਇਮ ਹੋਇਆ ਝੁੱਲਿਆ ਖਾਲਸਾ ਝੰਡਾ, ਲੋਕ ਰਾਜ ਤਦ ਕਾਇਮ ਹੋਇਆ ਝੁੱਲੇ ਖਾਲਸਾ ਝੰਡਾ। ਸੋ ਇਹ ਬੰਦਾ ਸਿੰਘ ਬਹਾਦਰ ਤੇ ਸਰਹੰਦ ਫਤਿਹ ਦਿਵਸ ਨੂੰ ਸਮਾਪਤ ਇਸ ਪ੍ਰੋਗਰਾਮ ਦੇ ਵਿੱਚ ਆਪ ਸਾਰਿਆਂ ਦਾ ਹਾਰਦਿਕ ਸ਼ੁਕਰੀਆ ਜੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।